ਬਦਕਾਰੀ ਦੀ ਦਰਸਗਾਹ ਹੈ ਔਰ ਮੈਂ ਪੀਰਨੀ ਨੂੰ 1988 ਜਾਣਦਾ। ਲਤੀਫ ਨੇ 3-4 ਦਫਾ ਉੱਤੋਂ ਫੜਿਆ ਔਰ ਆਖਰੀ ਜਦੋਂ ਲਤੀਫ ਨੇ ਉੱਤੋਂ ਫੜਿਆ ਉਦੋਂ ਕੈਮਰੇ ਵੀ ਲੱਗੇ ਸੀ। ਉਹਨੇ ਲਤੀਫ ਨੂੰ ਕਿਹਾ ਓਏ ਅੰਦਰ ਕੌਣ? ਤਾਲੀਮ ਦਿੱਤੀ ਜਾ ਰਹੀ ਹੈ ਰੂਹਾਨੀਅਤ ਦੀ। ਲਤੀਫ ਨੇ ਤੁਹਾਡੇ ਨਾਲ ਗੱਲ ਹੋਈ? ਜੀ ਤਾਰਕ ਜਮੀਲ ਲੋਕਾਂ ਨੂੰ ਕਹਿੰਦਾ ਹੈ ਤੁਹਾਨੂੰ ਉਤਾਂ ਜਾ ਕੇ ਹੋਰਾਂ ਮਿਲਦੀਆਂ, ਆਪ ਇੱਥੇ ਰੱਖੀਆਂ ਹੋਰਾਂ। ਤਾਰਕ ਜਮੀਲ ਸਾਹਿਬ ਦੀ ਬੜੀ 5000 ਦਾ ਨਾਲਾ ਵੇਚ ਰਹੇ। ਉਹ ਨਾਲਾ ਸਿਰਫ ਇਲਾਕੇ 'ਚ ਬੰਨੀਦਾ ਸੀ ਕੱਪੜੇ ਲਵਾ ਕੇ। ਇਹ ਵੀ ਅਸੀਂ ਠੇਕਾ ਚੁੱਕੇ ਆ। ਇਹ ਜਿਹੜੀ ਤਹਿਰੀਕੇ ਇਨਸਾਫ ਹੈਗੀ ਸਾਰੀ ਸਾਡੇ ਨਾਲ ਇਹਨਾਂ ਮੁਹੱਬਤ ਇਹਨਾਂ ਦੀ ਕਿਉਂ? ਜਿੱਥੇ ਐਸਐਨ ਚੱਠਾ ਨਜ਼ਰ ਆ ਜਾਏ, ਜਿੱਥੇ ਨਜ਼ਰ ਆ ਜਾਏ ਉੱਥੇ ਇਹਨੂੰ ਦੇ ਦੇਣੀ ਹੈ। ਤੁਹਾਡੇ ਜ਼ਿਹਨ 'ਚ ਕਦੀ ਖਿਆਲ ਆਇਆ ਹੋਏ ਸ਼ੈਤਾਨ ਤੇ ਆ ਹੀ ਜਾਂਦਾ ਨਾ? ਅੱਜ ਕੱਲ ਤੇ ਡੱਕੇ ਆ। ਕਿੰਨੇ ਪੈਸੇ ਲੈਂਦੇ ਨੂਨ ਲੀਗ ਕੋਲ? ਮੈਂ ਸਮਝਦਾ ਕਿ ਨੂਨ ਲੀਗ ਤੇ ਕਿਸੇ ਨੂੰ ਚਾਹ ਵੀ ਨਹੀਂ ਪਿਆਂਦੀ। ਮੀਆਂ ਸਾਹਿਬ ਦੀਆਂ ਪੁਲਿਸੀਆਂ ਦੇ ਨਾਲ ਸਾਨੂੰ ਪਿਆਰ। ਸਾਡੀ ਰੈੱਡ ਲਾਈਨ ਨਹੀਂ ਮੀਆਂ ਸਾਹਿਬ, ਸਾਡੀ ਰੈੱਡ ਲਾਈਨ ਸਾਡਾ ਮੁਲਕ। ਨਿਆਜ਼ੀ ਤੇ ਇੱਕ ਨਸਲ ਖਰਾਬ ਕੀਤੀ ਤੇ ਉਹ ਫਦਿਆ ਗਿਆ। ਇਹ ਬੰਦੇ ਨੇ ਕਿਹਾ ਮੈਂ ਫੌਜ ਤੋੜ ਦੇਣੀ ਆਪਣੀ ਗੰਦੀ ਨਸਲ ਨਾਲ ਲੈ ਕੇ। ਜਿਸ ਦਿਨ ਦਾ ਹਾਫਿਜ਼ ਆਸਿਮ ਮੁਨੀਰ ਸਾਹਿਬ ਨੇ ਅਫਗਾਨਿਸਤਾਨ ਨੂੰ ਪਟਾ ਪਾਇਆ, ਤੁਹਾਨੂੰ ਸੜਕ ਦੇ ਉੱਤੇ ਇੰਤਸ਼ਾਰ ਨਹੀਂ ਨਜ਼ਰ ਆ ਰਿਹਾ। ਉਹ ਨਹੀਂ ਸੀ ਕਹਿੰਦਾ ਗੋਗੀ ਨੇਕ ਹੈ, ਪੀਰਨੀ ਵੀ ਨੇਕ ਹੈ, ਨਿਆਜ਼ੀ ਵੀ ਨੇਕ ਹੈ। अस्सलाम वालेकुम एंड वेरी वार्म वेलकम टू अनदर पॉडकास्ट ऑफ यूथ वेव। किसी भी तारफ के मुताज नहीं, पहला पंजाबी पॉडकास्ट अल मशहूर एहसन चट्ठा उर्फ मिठा जी। सर ਜੀ ਅਦੀਲ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਕੋਲ ਸੱਦਿਆ ਅੱਜ। ਬੜੀ ਖੁਸ਼ੀ ਹੋ ਰਹੀ ਹੈ ਔਰ ਮੈਂ ਤੁਹਾਡੇ ਪ੍ਰੋਗਰਾਮ ਬਹੁਤ ਜ਼ਿਆਦਾ ਲਾਈਕ ਕਰਨਾ ਔਰ ਮੈਂ ਸਭ ਨੂੰ ਕਹਾਂਗਾ ਕਿ ਤੁਸੀਂ ਅਦੀਲ ਸਾਹਿਬ ਦਾ ਚੈਨਲ ਜਿਹੜਾ ਇਹਨੂੰ ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰੋ। ਬੜੇ ਬੜੇ ਮਜ਼ੇ ਦੇ ਪ੍ਰੋਗਰਾਮ ਇਹਦੇ 'ਤੇ ਮਾਸ਼ਾਅੱਲਾ ਹੁੰਦੇ ਨੇ ਤੇ ਮੈਂ ਰੀਅਲੀ ਕਿ ਮੈਨੂੰ ਬੜਾ ਐਕਸਾਈਟਡ ਹਾਂ ਕਿ ਤੁਹਾਡੇ ਨਾਲ ਮੈਂ ਪ੍ਰੋਗਰਾਮ। ਔਰ ਮੇਰਾ ਪਹਿਲਾ ਪੋਡਕਾਸਟ ਹੈ। ਅੱਛਾ, ਪਹਿਲਾ ਪੋਡਕਾਸਟ? ਪਹਿਲਾ। ਮੈਨੂੰ ਨਹੀਂ ਪਤਾ ਤੂਤੇ ਸ਼ੂਤੇ ਕੀ ਹਿਸਾਬ ਕਿਤਾਬ ਹੈ। ਪਹਿਲਾ ਪ੍ਰੋਗਰਾਮ ਮੈਂ ਵੈਸੇ ਨਾ ਓਨੈਸਟਲੀ ਬੜਾ ਐਕਸਾਈਟਡ ਹੈਗਾ। ਇੱਕ ਸ਼ਾਰਟ ਆਊਟ ਦੇਵਾਂ ਤੁਹਾਨੂੰ ਵੈਸੇ ਜੋ ਮੈਂ ਹਕੀਕਤ ਗੱਲ ਹੈ ਮੇਰੇ ਤੇ ਜ਼ਿੰਦਗੀ 'ਚ ਪਹਿਲੀ ਵਾਰੀ ਇੱਕ FIR ਹੋਈ। ਅੱਛਾ। ਮੈਂ ਡਰੇ ਹੋਇਆ ਅੰਦਰੋਂ ਘਬਰਾਇਆ ਸਾਂ ਹਕੀਕਤਨ। ਤੇ ਸਾਰੇ ਕਹਿੰਦੇ ਰਹੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਲੇਕਿਨ ਫਿਰ ਨਾਲ ਇਹ ਵੀ ਕਹਿੰਦੇ ਨਾ ਅੱਜ ਤੂੰ ਘਰ ਨਹੀਂ ਰਹਿਣਾ। ਅੱਛਾ। ਤਾਂ ਮੈਂ ਡਰਿਆ ਹੋਇਆ ਸਾਂ। ਤਾਂ ਮੈਂ ਫੋਨ ਆਇਆ ਮੈਨੂੰ ਇੱਕ, ਤੇ ਫੋਨ ਦੇ ਉੱਤੇ ਮਿੱਠਾ ਜੀ ਸਨ। ਤੇ ਮਿੱਠਾ ਜੀ ਇਟਲੀ ਸੇ ਮਿੱਠਾ ਜੀ ਨੇ ਮੈਨੂੰ ਹੌਸਲਾ ਦਿੱਤਾ ਤੇ ਮੈਨੂੰ ਕਹਿੰਦੇ ਤੂੰ ਮੈਨੂੰ ਨੰਬਰ ਦਿਓ ਪੁਲਿਸ ਵਾਲੇ ਦਾ। ਨੰਬਰ ਕੱਲ ਮੈਨੂੰ 4 ਵਜੇ ਸਨ ਸਵੇਰ ਦੇ। ਤੇ ਕਹਿੰਦੇ ਮੈਨੂੰ 4 ਵਜੇ ਮੈਂ ਉਹਨੂੰ ਗਾਲਾਂ ਕੱਢਾਂਗਾ ਤੇਰੇ ਤੇ FIR ਕਿਹਨੇ ਕੀਤੀ, ਤੂੰ ਘਬਰਾਣਾ नहीं। जी जी। मैं बड़ा खुश। मैंने कहा यार ये मिठा जी ने मुझे उस दिन अपना बना लिया और वो मेरी पहली इंटरेक्शन थी इनके साथ। जी जी। फोन पे वैसे तो सोशल मीडिया के तो बेताज बादशाह हैं, इन्होंने जो नत्थे डाली हुई हैं वो तो कोई डाल ही नहीं सकता। जी देखो तो ਮੈਨੂੰ ਪਤਾ ਚੱਲਿਆ ਸੀ ਕਿ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਮਿਸ ਹੈਪ ਹੋਇਆ ਤੇ ਮੈਂ ਕਿਹਾ ਕਿਉਂ ਨਾ ਮੈਂ ਅਦੀਲ ਨੂੰ ਖੁਦ ਫੋਨ ਕਰਾਂ। ਦੇਖੋ ਤੁਸੀਂ ਵੀ ਪਾਕਿਸਤਾਨ ਵਾਸਤੇ ਬਹੁਤ ਵੱਡਾ ਕੰਮ ਕਰ ਰਹੇ ਹੋ ਜੋ ਅਸੀਂ ਕਰ ਰਹੇ ਹਾਂ, ਬਲਕਿ ਸਾਡੇ ਨਾਲੋਂ ਜ਼ਿਆਦਾ ਤੁਸੀਂ ਕਰ ਰਹੇ ਹੋ ਮਾਸ਼ਾਅੱਲਾ ਔਰ ਯੰਗ ਹੋ ਤੁਸੀਂ। ਤੇ ਮੈਂ ਕਿਹਾ ਇਹ ਨਹੀਂ ਹੋ ਸਕਦਾ ਕਿ ਇੱਕ ਬੰਦਾ ਜਿਹੜਾ ਉਹ ਪਾਕਿਸਤਾਨ ਵਾਸਤੇ ਕੰਮ ਕਰ ਰਿਹਾ ਔਰ ਉਹਦੇ ਖਿਲਾਫ ਹੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ। ਨਹੀਂ, ਇਹ ਅਸਲ 'ਚ ਇੱਕ ਉਹ ਕਹਿੰਦੇ ਨਾ ਇਨਸਾਨ ਕਿੰਨਾ ਨਰਮ ਹੁੰਦਾ। ਉਹ ਕਹਿੰਦਾ ਹਰ ਚੀਜ਼ ਜਿਹੜੀ ਉਹ ਕਹਿੰਦਾ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਨੂੰ ਕੋਈ ਗਮ ਨਹੀਂ, ਲੇਕਿਨ इंटरनली जो आप सॉफ्ट हार्टेड आदमी है ये मुझे उस दिन पता चला। तो वो तो जो फिर आप इंटरनेट पे करना है वो भी आप सॉफ्ट हार्टेड है ना, पाकिस्तान के लिए प्यार है। जी जी बिल्कुल जी। कश्तियाँ जला देनी असल जी। देखो ਇਹਦੇ 'ਚ ਇਹ ਨਾ ਜੀ ਕਿ ਜਦੋਂ ਅਸੀਂ ਇਸ ਹਿਸਾਬ ਕਿਤਾਬ ਦੇ ਵਿੱਚ ਆਏ 2020 'ਚ ਔਰ ਉਦੋਂ ਪੀਕ ਸੀ ਹਰ ਚੀਜ਼ ਦੀ। ਫਿਤਨਾ ਜਿਹੜਾ ਉਹ ਵੀ ਪੀਕ 'ਤੇ ਸੀ ਔਰ ਫਿਤਨੇ ਦੇ ਫਾਲੋਅਰ ਵੀ ਪੀਕ 'ਤੇ ਸਨ ਔਰ ਫਿਤਨੇ ਨੂੰ ਜਿਹੜੇ ਲੈ ਕੇ ਆਏ ਸੀ ਉਹ ਵੀ ਪੀਕ 'ਤੇ ਸੀ। ਤੇ ਅਸੀਂ ਫਿਰ ਮੈਦਾਨ ਦੇ ਵਿੱਚ ਇਹ ਸਮਝ ਕੇ ਆਏ ਸੀ ਕਿ ਜਾਂ ਫਿਰ ਅਸੀਂ ਹੈ ਨਹੀਂ ਤੇ ਜਾਂ ਫਿਰ ਅਗਲਾ ਹੈ ਨਹੀਂ। ਫਿਰ ਤੁਸੀਂ ਤਾਂ ਫਿਰ ਤਬਾਹੀ ਫੇਰਤੀ ਕਿਉਂਕਿ ਪਾਕਿਸਤਾਨ ਦੇ ਹੱਕ 'ਚ ਕੋਈ ਆਵਾਜ਼ ਨਹੀਂ ਸੀ ਔਰ ਜਿਹੜੀਆਂ ਆਵਾਜ਼ਾਂ 2-4 ਹੈ ਸੀ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਸੀ। ਪਾਕਿਸਤਾਨ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਫੈਜ਼ ਹਮੀਦ ਨੇ ਖਾਨ ਸਾਹਿਬ ਦੇ ਕਹਿਣ 'ਤੇ ਅੰਦਰ ਡੱਕ ਦਿੱਤੀ ਸੀ। ਤੇ ਅਸੀਂ ਉਦੋਂ ਇਹ ਖਿਆਲ ਕੀਤਾ, ਸਮਝਿਆ ਕਿ ਅਗਰ ਸਾਡੀ ਵਜ੍ਹਾ ਤੋਂ ਹੌਸਲਾ ਮਿਲ ਸਕਦਾ ਆਵਾਮ ਨੂੰ ਔਰ ਅਗਰ ਅਸੀਂ ਆਵਾਮ ਨੂੰ ਖਿਲਾਰ ਸਕਦੇ ਹਾਂ ਪਾਕਿਸਤਾਨ ਦੇ ਨਾਲ, ਜਮਹੂਰੀਅਤ ਦੇ ਨਾਲ, ਪਾਕਿਸਤਾਨ ਦੇ ਅਦਾਰਿਆਂ ਦੇ ਨਾਲ, ਅਗਰ ਅਸੀਂ ਖਿਲਾਰ ਸਕਦੇ ਹਾਂ ਕਿ ਕੁਛ ਨਹੀਂ ਇਹ ਵਕਤ ਗੁਜ਼ਰ ਜਾਏਗਾ ਤੇ ਅਲਹਮਦੁਲਿਲਾ ਗੁਜ਼ਰ ਗਿਆ। ਔਰ ਅੱਜ ਉਹ ਲੋਕ ਜਿਹੜੇ ਜ਼ੁਲਮ ਕਰ ਰਹੇ ਸੀ ਔਰ ਖੁਦ ਆਪਣੇ ਹੀ ਜ਼ੁਲਮ ਦਾ ਸ਼ਿਕਾਰ ਹੋ ਚੁੱਕੇ ਨੇ। ਅੱਛਾ, ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਾਂਗਾ ਕਿ ਤੁਸੀਂ ਪਾਕਿਸਤਾਨ ਤੋਂ ਬਾਹਰ ਬੈਠੇ ਹੋਏ ਸੋ ਇਟਲੀ ਦੇ ਵਿੱਚ। ਜੀ, ਆਇਰਲੈਂਡ ਦੇ ਵਿੱਚ ਤੇ ਇਹ ਸਾਰੀ ਦੁਨੀਆ ਜਿਹੜੀ ਨਵੇਂ ਬਾਹਰ ਗਏ ਨੇ ਜੀ, ਇਹ ਹੁਣ ਜਾ ਕੇ ਇਹਨਾਂ ਨੂੰ ਪਤਾ ਚੱਲਿਆ ਬਾਹਰ ਕਿ ਤੁਸੀਂ ਉਸ ਟਾਈਮ ਤੇ ਬਾਹਰ ਬੈਠ ਕੇ ਸੋਸ਼ਲ ਮੀਡੀਆ ਕੰਟਰੋਲ ਕੀਤਾ ਪਾਕਿਸਤਾਨ ਦੇ ਵਿੱਚ ਜੀ। ਇਹ ਆਈਡੀਆ ਕਿਸ ਤਰ੍ਹਾਂ ਹੈ ਕਿ ਯਾਰ ਮੈਂ ਬਾਹਰ ਬੈਠੇ ਹਾਂ ਤੇ ਮੈਂ ਪਾਕਿਸਤਾਨ ਦੇ ਵਿੱਚ ਆਪਣੀ ਵੀਡੀਓਜ਼ ਵਾਇਰਲ ਕਰਾਂਗਾ, ਫਿਰ ਇੰਨੀ ਵੱਡੀ ਫੈਨ ਫੋਲੋਇੰਗ ਬਣਾਉਣੀ ਆਪਣੀ
ਕਿ ਹਰ ਤਰਫ ਔਰ ਹਰ ਪਲੇਟਫਾਰਮ ਦੇ ਉੱਤੇ ਇੱਕ ਆਈਡੀਆ ਕਿਸ ਤਰ੍ਹਾਂ ਆਇਆ, ਸੋਚਿਆ ਕਿਸ ਤਰ੍ਹਾਂ? ਕਿਉਂਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ 2020 ਤੋਂ ਪਹਿਲੇ ਸੋਸ਼ਲ ਮੀਡੀਆ ਦੀ ਕੋਈ ਖਾਸ ਸਮਝ ਨਹੀਂ ਹੋਣੀ ਸੀ। ਜੀ ਬਿਲਕੁਲ, ਅਸੀਂ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਹੁੰਦਾ ਹੈ ਕਿ ਹਰ ਬੰਦੇ ਦੀ ਆਪਣੀ ਕੋਈ ਫੇਸਬੁੱਕ ਆਈਡੀ ਹੁੰਦੀ ਹੈ, ਆਪਣੀ ਫੈਮਿਲੀ ਫਰੈਂਡਸ ਵਾਸਤੇ ਰੱਖੀ ਹੁੰਦੀ ਹੈ, ਇਸੇ ਤਰ੍ਹਾਂ ਸੀ 2020 ਅਗਸਤ ਤੋਂ ਪਹਿਲੇ। ਅਤੇ ਉਹ ਫਿਰ ਮੈਂ ਸੋਚਿਆ ਕਿ ਇਸ ਵਕਤ ਜ਼ਰੂਰਤ ਹੈ, ਮੀਡੀਆ ਸਾਰਾ ਜਿਹੜਾ ਉਹ ਵੀ ਇਸ ਫਿਤਰੇ ਦੇ ਨਾਲ ਹੋ ਚੁੱਕੇ ਹੈ, ਜਿੰਨਾ ਪ੍ਰੈਸ਼ਰ ਸੀ ਫੈਜ਼ ਹਮੀਦ ਦਾ, ਅਤੇ ਕੋਈ ਆਵਾਜ਼ ਨਹੀਂ ਸੀ। ਅਤੇ ਮੈਂ ਫਿਰ ਸੋਚਿਆ ਇਹਦੇ 'ਤੇ ਪਲਾਨ ਕੀਤਾ ਕਿ ਮੈਂ ਪੰਜਾਬੀ ਦੇ ਵਿੱਚ ਪ੍ਰੋਗਰਾਮ ਕਰਾਂ, ਕਿਉਂਕਿ ਜ਼ਿਆਦਤੀ ਪੰਜਾਬ ਦੇ ਨਾਲ ਕੀਤੀ ਗਈ ਸੀ 2018 ਦੇ ਵਿੱਚ, ਤੁਹਾਨੂੰ ਯਾਦ ਹੋਏਗਾ। ਹਾਂਜੀ ਹਾਂਜੀ, ਪੰਜਾਬ ਨੂੰ ਵੱਢਿਆ ਕੱਟਿਆ ਗਿਆ ਸੀ। ਅਤੇ ਮੈਂ ਫਿਰ ਸੋਚਿਆ ਕਿ ਪੰਜਾਬੀ ਦਾ ਪ੍ਰੋਗਰਾਮ ਹੋਏ ਔਰ ਹਰ ਪਲੇਟਫਾਰਮ 'ਤੇ ਹੋਏ, ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਦੇ 'ਤੇ ਹੋਏ। ਔਰ ਮੈਨੂੰ ਪੂਰਾ ਯਕੀਨ ਸੀ ਕਿ ਅਸੀਂ ਆਵਾਮ ਦੀ ਆਵਾਜ਼ ਜਿਹੜੀ ਹੈ ਦਿਲ ਦੀ, ਜੋ ਉਹ ਦਿਲ ਦੇ ਵਿੱਚ ਸੋਚਦੇ ਨੇ, ਜਿਸ ਲਿਹਾਜ਼ ਦਾ ਵੀ ਉਹ ਸੋਚਦੇ ਨੇ, ਉਹਨੂੰ ਅਸੀਂ ਅੱਗੇ ਲੈ ਕੇ ਚੱਲਣਾ। ਔਰ ਅਲਹਮਦੁਲਿਲਾ ਮੇਰੇ ਖਿਆਲ ਨਾਲ ਪਹਿਲੇ 2 ਹਫ਼ਤੇ ਦੇ ਵਿੱਚ ਹੀ ਆਵਾਮ ਜਿਹੜੀ ਹੈ ਪਾਕਿਸਤਾਨ ਦੀ, ਉਹਨਾਂ ਨੇ ਸਾਨੂੰ ਪਹਿਚਾਣ ਲਿਆ। ਫੋਰਨ ਹੀ ਤੁਹਾਡੀ ਫੋਲੋਇੰਗ, ਹਾਂ, ਬਹੁਤ ਜ਼ਿਆਦਾ ਪਿਆਰ ਜਿਹੜਾ ਉਹ ਮਿਲਣਾ ਹੋ ਗਿਆ ਪਹਿਲੇ। ਹੁਣ ਤਾਂ ਮੈਂ ਵੇਖਣਾ ਟਿਕਟੋਕ 'ਤੇ, ਹਾਲਾਂਕਿ ਤੁਸੀਂ YouTube ਤੁਹਾਡਾ ਮੇਨ ਹੈਗਾ, ਲੇਕਿਨ ਟਿਕਟੋਕ 'ਤੇ ਵੀ ਤੁਹਾਡੀ ਹਰ ਵੀਡੀਓ ਮੈਨੂੰ ਮਿਲੀਅਨ 'ਤੇ ਨਜ਼ਰ ਆਉਂਦੀ ਹੈ। ਇੱਕ ਮੈਨੂੰ ਵੀ ਸਟ੍ਰਾਈਕ ਪਈ ਤੁਹਾਡੀ ਵੀਡੀਓ ਲਾਉਣ 'ਤੇ 1.2 ਮਿਲੀਅਨ 'ਤੇ ਗਈ। ਅਤੇ ਜੀ ਇਸ ਤਰ੍ਹਾਂ ਹੀ ਮੈਂ ਸਮਝਦਾ ਕਿ ਇਹ ਜਿਹੜਾ ਇਹ ਚੱਕਲਾ ਗਰੁੱਪ ਸੀ ਜ਼ਮਾਨ ਪਾਰਕ ਦੇ ਵਿੱਚ, ਜਿਹੜੀ ਮਿਹਨਤ ਹੁੰਦੀ ਸੀ ਰਾਤ ਨੂੰ ਖੈਮਿਆਂ ਦੇ ਵਿੱਚ, ਉਸ ਮਿਹਨਤ ਤੋਂ ਬਾਅਦ ਜਿਹੜੇ ਬੱਚੇ ਪੈਦਾ ਹੋਏ, ਉਹਨਾਂ ਦੇ ਨਾਲ ਸਾਡਾ ਮੁਕਾਬਲਾ ਹੈ। ਉਹ ਤਾਂ ਬੜੇ ਛੋਟੇ ਨੇ ਹਾਲੇ। ਨਹੀਂ, ਮਤਲਬ ਉਹ ਇਸ ਤਰ੍ਹਾਂ, ਉਹ ਬੀਜ ਹੀ ਇਸ ਤਰ੍ਹਾਂ ਦਾ ਬਈ ਹਫ਼ਤੇ ਖੰਡ 'ਚ 18 ਸਾਲ ਦੇ ਹੋ ਜਾਂਦੇ ਨੇ। ਅੱਛਾ। ਔਰ ਟਵਿੱਟਰ ਚਲਾਉਣ ਲੱਗ ਜਾਂਦੇ ਨੇ। ਇਹ ਗੱਲ ਠੀਕ ਹੈ ਨਾ, ਉਹਨਾਂ ਦੇ ਨਾਲ ਸਾਡਾ ਮੁਕਾਬਲਾ ਹੈ। ਅਤੇ ਜ਼ਾਹਰੀ ਗੱਲ ਹੈ ਫਿਰ ਸਟ੍ਰਾਈਕਾਂ ਸਟਰੋਕਾਂ ਇਹ ਸਾਰਾ ਕੁਛ ਚੱਲਦਾ ਰਹਿੰਦਾ ਹੈ। ਅਸੀਂ ਵੀ ਨਾਲ ਇਹ ਸੋਚ ਕੇ ਕਿ ਇੰਨੀ ਵੱਡੀ ਫੋਲੋਇੰਗ ਤੁਹਾਡੀ ਬਣੀ, ਅਤੇ ਨਾਲ ਇੰਨਾ ਵੱਡਾ ਗਰੁੱਪ ਜਿਹੜਾ ਸੋਸ਼ਲ ਮੀਡੀਆ ਕੰਟਰੋਲ ਕਰ ਰਿਹਾ ਸੀ, ਅਤੇ ਤੁਹਾਨੂੰ ਉਹ ਤੁਹਾਡੇ ਕੰਟੈਂਟ ਨੂੰ ਰਿਪੋਰਟਾਂ ਕਰਦਾ। ਇੱਕ ਤਾਂ ਨੰਬਰ 1 100% ਜੀ ਤੁਹਾਡੇ ਅਕਾਊਂਟ ਬਲੌਕ ਕਰਾਉਣ ਲਈ ਟੀਮਾਂ ਲੱਗੀਆਂ ਹੁੰਦੀਆਂ ਨੇ। ਅਤੇ ਇਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਬਾਅਦ ਸੋਸ਼ਲ ਮੀਡੀਆ ਤੁਸੀਂ ਐਕਸਪਰਟ ਵੀ ਨਹੀਂ, ਮੈਨੂੰ ਨਾ ਮੈਂ ਤਾਂ ਸਿਰਫ ਮੋਬਾਈਲ ਚਲਾਉਣ ਤੋਂ ਇਲਾਵਾ ਕੋਈ ਪਤਾ ਨਹੀਂ। ਕਿਸ ਤਰ੍ਹਾਂ ਮੈਨੇਜ ਕੀਤਾ ਕਿ ਆਪਣੇ ਅਕਾਊਂਟ ਵੀ ਬਚਾਏ, ਉੱਡੇ ਵੀ ਹੋਣਗੇ ਕਾਫੀ ਅਕਾਊਂਟ ਤਾਂ ਸਸਪੈਂਡ ਵੀ ਕਰਾਏ ਹੋਣੇ ਨੇ, ਕਾਫੀ ਕੁਛ, ਬਹੁਤ ਸਾਰਾ ਕੁਛ ਹੁੰਦਾ ਹੈ। ਇੱਕ ਤਾਂ ਇਹ ਖੁਦ ਕਰਦੇ ਨੇ, ਔਰ ਦੂਸਰਾ ਇਹਨਾਂ ਦੀਆਂ ਮਾਵਾਂ ਵੀ ਕਰਦੀਆਂ ਰਿਪੋਰਟ। ਉਹਨਾਂ ਦਾ ਕੀ ਮਸਲਾ? ਔਰ ਇਹਨਾਂ ਦੀਆਂ ਜਿਹੜੀਆਂ ਹਮਸ਼ੀਰ ਗਾਨ ਨੇ ਉਹ ਵੀ ਰਿਪੋਰਟ ਕਰਦੀਆਂ, ਸਾਰੇ ਰਲ ਕੇ ਜੋ ਕਰਦੇ ਨੇ। ਨਹੀਂ, ਇਹਨਾਂ ਦਾ ਤੁਹਾਡੇ ਨਾਲ ਕੀ ਮਸਲਾ? ਸਰ ਦੇਖੋ ਨਾ, ਹੁਣ ਜ਼ਮਾਨ ਪਾਰਕ ਅੱਡਾ ਜਿਹੜਾ ਉਹ ਮੈਂ ਹੀ ਖਤਮ ਕਰਾਇਆ ਨਾ। ਜ਼ਮਾਨ ਪਾਰਕ ਵਾਲਾ? ਹਾਂ, ਉੱਥੇ 200-250 ਅੰਦਰ ਜਿਹੜੇ ਟੈਂਟ ਲੱਗੇ ਸੀ। ਹਾਂਜੀ, ਉੱਥੇ ਬੋਤਲ ਵੀ ਮਿਲਦੀ ਸੀ, ਗੁਬਾਰੇ ਵੀ ਮਿਲਦੇ ਸਨ, ਉਸ ਤੋਂ ਬਾਅਦ ਸਰਾਣਾ ਵੀ ਮਿਲਦਾ ਸੀ, ਰਜ਼ਾਈ ਥੱਲੇ ਵਿਛਾਉਣ ਵਾਸਤੇ ਵੀ ਮਿਲਦੀ ਸੀ, ਕੂਲਰ ਵੀ ਮਿਲਦਾ ਸੀ ਜਿਹਦੇ 'ਚ ਠੰਡੀਆਂ ਚੀਜ਼ਾਂ ਹੁੰਦੀਆਂ ਸੀ, ਸ਼ਰਾਬ ਵੀ ਮਿਲਦੀ ਸੀ, ਕਿਹੜੀ ਸ਼ੈ ਨਹੀਂ ਸੀ ਮਿਲਦੀ। ਅਤੇ ਮੈਂ ਉਹਨਾਂ ਦਾ ਉਹ ਰੋਜ਼ਗਾਰ ਖ਼ਤਮ ਕੀਤਾ। ਨਹੀਂ, ਉੱਥੇ ਫੈਮਲੀਆਂ ਆਉਂਦੀਆਂ ਸਨ। ਆਹੋ, ਫੈਮਲੀਆਂ ਮਤਲਬ ਆਉਂਦੀਆਂ ਸੀ ਨਾ, ਵੀ ਮੁੰਡੇ ਜਿਹੜੇ ਸੀ ਉਹ ਪਠਾਨ ਖੇਡ ਲੈਂਦੇ ਸੀ ਨਾ। ਅੱਛਾ। ਉਹ ਤਾਲਿਬਾਨ ਜਿਹੜੇ ਸੀ। ਅੱਛਾ। ਅਤੇ ਮਾਈਆਂ ਜਿਹੜੀਆਂ ਸੀ ਉਹ ਤਰੀਕ ਇਨਸਾਫ ਦੀ ਲੀਡਰਸ਼ਿਪ ਘੇਰ ਲੈਂਦੀ ਸੀ, ਅਤੇ ਕੁੜੀਆਂ ਜਿਹੜੀਆਂ ਜਵਾਨ ਹੁੰਦੀਆਂ ਸੀ ਉਹ ਵੱਡੇ ਮੁਰਸ਼ਦ ਕੋਲ ਚਲੀਆਂ ਜਾਂਦੀਆਂ ਸੀ ਨੱਥ ਖੁਲਾਉਣ ਵਾਸਤੇ। ਨੱਥ ਦਾ ਪਤਾ ਨਾ ਕੀ ਹੁੰਦੀ ਹੈ? ਨਹੀਂ, ਮੈਂ ਹਾਲੇ, ਤੁਸੀਂ ਬੱਚੇ ਹੋ, ਠੀਕ ਹੈ। ਨੱਥ ਹੁੰਦੀ ਹੈ ਬਈ ਮੁਰਸ਼ਦ ਜਿਹੜਾ ਉਸ ਨੱਥ ਖੋਲ੍ਹਣੀ ਹੈ। ਅੱਛਾ, ਖਾਸ ਮੁਰਸ਼ਦ। ਉਹ ਪੂਰੀ ਫੈਮਿਲੀ ਦਾ ਹੀ ਵਿੱਚ ਝੱਖੜ ਹੋ ਗਿਆ ਨਾ। ਠੀਕ ਹੈ। ਮੁੰਡਾ ਜਿਹੜਾ ਉਹ ਵੀ ਕੰਮ ਲੱਗ ਗਿਆ ਖੈਮੇ 'ਚ, ਕੁੜੀ ਵੀ ਲੱਗ ਗਈ। ਮੁੰਡਾ ਕਿਹਨਾਂ ਦੇ ਨਾਲ ਲੱਗਿਆ? ਤਾਲਿਬਾਨਾਂ ਨਾਲ। ਤਾਲਿਬਾਨਾਂ ਨਾਲ। ਠੀਕ ਹੈ। ਕੁੜੀ ਜਿਹੜੀ ਹੈ ਉਹ ਸਨਮ ਜਵੇਦ ਵਾਲੇ ਗਰੁੱਪ 'ਚ ਹੋ ਗਈ ਅਗਾਂਹ, ਅਤੇ ਜਿਹੜੀ ਮਾਂ ਹੈ, ਜਿਹੜੀ ਮਾਈ ਹੈ, ਉਹ ਉੱਥੇ ਜਿਹੜੇ ਫਿਰਨ ਵਾਲੇ ਨੇ ਉਹਨਾਂ ਵੀ ਤਾਂ ਕੁਛ ਕਰਨਾ। ਅੰਦਰ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚੀਆਂ ਕਿਸ ਤਰ੍ਹਾਂ? ਅੰਦਰੋਂ ਹੀ। ਉਹਨਾਂ ਦੇ ਵਿੱਚ ਵੀ ਸਾਡੇ ਮਿੱਠੇ ਨੇ। ਅੱਛਾ, ਤੇ ਮਿੱਠੇ ਰੱਖੇ ਹੋਏ ਨੇ ਸਾਰੇ? ਜੀ ਬਿਲਕੁਲ, ਇਹ ਕੋਈ ਦੂਸਰੀ ਰਾਏ ਨਹੀਂ ਹੈ। ਅੰਦਰੋਂ ਜ਼ਮਾਨ ਪਾਰਕ ਦੀ ਸਾਰੀ ਜਿਹੜੀ ਖਬਰ ਸੀ ਉਹ ਤੋੜ ਖਾਨ ਸਾਮਿਆਂ ਤੱਕ ਸਾਡੇ ਕੋਲ ਚੀਜ਼ਾਂ ਆਉਂਦੀਆਂ। ਅੱਛਾ, ਇਹ ਮਿੱਠਾ ਜੀ ਕਿਸ ਤਰ੍ਹਾਂ ਪਿਆ ਕਿ ਤੁਹਾਡਾ ਸਲੈਂਗ ਬਣ ਗਿਆ ਮਿੱਠਾ ਜੀ ਮਿੱਠਾ ਜੀ ਮਿੱਠਾ ਜੀ? ਜੀ ਬਿਲਕੁਲ, ਇਹ 2 ਸਾਲ ਪਹਿਲੇ ਅਸੀਂ ਲਾਈਵ ਟਰਾਂਸਮਿਸ਼ਨ ਕਰਦੇ ਹੁੰਦੇ ਸੀ YouTube 'ਤੇ ਔਰ ਸਾਰੇ ਚੈਨਲ 'ਤੇ ਹਰ ਪਾਸੇ। ਅਤੇ ਉੱਥੇ ਅਸੀਂ ਇੱਕ ਸ਼ੁਰੂ ਕੀਤਾ ਸੀ ਫੋਨ ਕਾਲ ਵਾਲਾ ਸਿਸਟਮ। ਓਕੇ। ਇੱਕ ਅਸੀਂ ਨੰਬਰ ਰੱਖਿਆ ਸੀ ਕਿ ਤੁਸੀਂ ਬਈ ਇਹ ਨੰਬਰ ਇੱਥੇ ਕਾਲਾਂ ਕਰੋ ਔਰ ਦੱਸੋ। ਉਦੋਂ ਪੀਕ 'ਤੇ ਸੀ ਹਰ ਚੀਜ਼।
ਤੇ ਉਹ ਫਿਰ ਜਦੋਂ ਲੋਕ ਕਾਲ ਕਰਦੇ ਸੀ ਤੇ ਉਹ ਫਿਰ ਉਹਨਾਂ ਨੇ ਸਾਨੂੰ 2-4 ਕਾਲਰ ਐਸੇ ਵਿੱਚ ਆਏ ਪਾਕਿਸਤਾਨ ਤੋਂ, ਉਹਨਾਂ ਨੇ ਕਿਹਾ ਜੀ ਤੁਸੀਂ ਸਾਡੇ ਮਿੱਠੇ ਹੋ, ਤੁਸੀਂ ਸਾਡੇ ਮਿੱਠਾ ਜੀ ਹੋ। ਫਿਰ ਮਿੱਠਾ ਜੀ ਫਿਰ ਪੱਕਾ ਫਿਰ ਜਿਹੜਾ ਨਾ ਇਹ ਚੱਲ ਪਿਆ ਔਰ ਹਰ ਪਾਸੇ। ਅੱਛਾ, ਫਿਰ ਮਿੱਠਾ ਜੀ ਕਲਾਸਿਕ ਕਿਸ ਤਰ੍ਹਾਂ ਆ ਜੀ? ਫਿਰ ਉਹੀ ਆ ਗਿਆ, ਉਹ ਫਿਰ ਅਸੀਂ ਵੀ ਉਹਨੂੰ ਅਡਾਪਟ ਕਰ ਲਿਆ, ਮਿੱਠਾ ਜੀ ਕਲਾਸਿਕ। ਹਾਂ, ਅਸੀਂ ਫਿਰ ਆਪਣੀ ਹਰ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਮਿੱਠਾ ਜੀ ਕੀ ਹਾਲ ਚਾਲ ਹੈ, ਤੇ ਅਸੀਂ ਫਿਰ ਆਪਣਾ ਨਾਮ ਹੀ ਆਪਣੇ ਜਿਹੜੇ ਸਾਡੇ ਫੈਨ ਨੇ ਉਹਨਾਂ ਦੇ ਨਾਮ ਤੇ ਕਰ ਦਿੱਤਾ। ਤੁਸੀਂ ਸਾਰਿਆਂ ਨੂੰ ਆਪਣੇ ਫੈਨਸ ਨੂੰ ਮਿੱਠਾ ਜੀ ਜੀ, ਹੁਣ ਸਾਰਾ ਕੁਝ ਹੀ ਮਿੱਠਾ ਜੀ ਹੈ। ਬਿਲਕੁਲ। ਤੇ ਇਹ ਤੁਸੀਂ ਪਾਕਿਸਤਾਨ ਆਏ ਜਦੋਂ, ਤੇ ਬੜੀ ਫੈਨ ਫੋਲੋਇੰਗ ਹੋਏਗੀ ਬੜੀ। ਮੈਂ ਵੀ ਤੁਹਾਨੂੰ ਲੱਭਿਆ ਬਕਾਇਦਾ, ਮੈਂ ਹਾਲੇ ਕਰ ਰਿਹਾ। ਮੈਂ ਫਿਰ ਫੋਨ ਕੀਤਾ ਚੌਧਰੀ ਪ੍ਰਵੇਸ਼ ਸਿੰਧਲਾ ਸਾਹਿਬ ਨੂੰ, ਮੈਂ ਕਿਹਾ ਭਾਈ ਜਾਨ ਮੈਂ ਮਿੱਠਾ ਜੀ ਕੋਲੋਂ ਟਾਈਮ ਲਿਆ ਕੇ ਦੇਵੋ ਮੈਨੂੰ। ਜੀ ਜੀ ਬਿਲਕੁਲ, ਹੋ ਨਹੀਂ ਸਕਦਾ ਕਿ ਉਹ ਮਿੱਠਾ ਜੀ ਕੋਲੋਂ ਇੰਟਰਵਿਊ ਨਾ ਲਈਏ। ਬੜਾ ਅੱਪੜ ਕੇ ਲੱਭਿਆ। ਬਿਲਕੁਲ ਜੀ, ਬਹੁਤ ਮਸਰੂਫੀਆਤ ਨੇ। ਤੇ ਮਜ਼ੇ ਦੀ ਗੱਲ ਮੈਂ ਇੱਕ ਪਾਦਮਾ, ਇੱਕ ਮੇਰੇ ਬੜੇ ਕਰੀਬੀ ਦੋਸਤ ਨੇ, ਮੈਂ ਉਹਨਾਂ ਦਾ ਮਾਜ਼ਤ ਖਵਾਇਆ, ਮੈਂ ਫ਼ੋਨ 'ਤੇ ਗੱਲ ਕਰਾ ਦਿੱਤੀ। ਉਹਨਾਂ ਨੇ ਕਿਹਾ ਭਾਈ ਮੈਂ ਵੱਡੇ ਤੋਂ ਵੱਡਾ ਤੇ ਸਿਆਸਤਦਾਨ ਆਇਆ, ਅੱਜ ਤੱਕ ਨਹੀਂ ਕਿ ਸਾਡੇ ਕੋਲ ਲੈ ਕੇ ਆਓ ਰੋਟੀ ਲਈ। मैं कहा मिठा जी आए ने, मिठा जी ना बात उसको यकीन नहीं था कि मैं करूँगा। उन्होंने किया जी मेरी गल करा दो। अच्छा। उसने आपको खुद इनवाइट किया कि जी मेरे को लाओ थे। जी 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 जी, इस तरह ही है। और आप बिजी शेड्यूल है, बहुत ज़्यादा बिजी। मैं अल्लाह का शुक्र है कि लोग बहुत ज़्यादा प्यार कर रहे हैं। अच्छा मिठा जी, मैं ਤੁਹਾਡੇ ਕੋਲ ਹੁਣ ਸਿਆਸੀ ਤੁਹਾਡਾ ਹੈਗਾ ਸਿਆਸੀ ਡੇਰਾ। जी जी, ਸਿਆਸਤ ਦੇ ਬੇਤਾਜ ਬਾਦਸ਼ਾਹ। ਤੇ ਹੁਣ ਕੁਝ ਸਿਆਸਤ ਦੇ ਬਾਰੇ 'ਚ ਪਹਿਲੇ ਗੱਲ ਜੀ ਬਿਲਕੁਲ ਤੋਰੋ। ਅੱਛਾ, ਮੈਂ ਸ਼ੁਰੂ ਕਰਾਂਗਾ ਸਭ ਤੋਂ ਪਹਿਲੇ ਮੀਆਂ ਨਵਾਜ਼ ਸ਼ਰੀਫ ਕੋਲੋਂ। ਤੁਹਾਡਾ ਬੜਾ ਕਲੋਜ਼ ਇੰਟਰੈਕਸ਼ਨ ਹੈਗਾ ਉਹਨਾਂ ਦੇ ਨਾਲ, ਤੁਹਾਡੀ ਬਹੁਤ ਤਸਵੀਰਾਂ ਦੇਖੀਆਂ ਯੰਗ ਜਵਾਨੀ ਦੀਆਂ, ਖੂਬਸੂਰਤ। ਅਭੀ ਵੀ ਆਪ ਮਾਸ਼ਾਅੱਲਾ ਯੰਗ ਜਵਾਨ ਹੈਗੇ ਜੀ ਬੜੇ। ਲੇਕਿਨ ਉਹ ਤੁਹਾਡੀਆਂ ਕੋਈ ਖਾਸ ਤਸਵੀਰਾਂ ਹੈਗੀਆਂ ਨੇ ਕਿ ਫੁੱਲ ਸਟੱਡ ਨਹੀਂ ਹੁੰਦਾ ਜਿਸ ਤਰ੍ਹਾਂ, ਯਾਨੀ ਕਿ ਸ਼ੁਰੂ ਤੋਂ ਹੀ ਬਦਮਾਸ਼ ਤਬੀਅਤ ਰੱਖੀ ਹੋਈ ਹੈ ਤੁਸੀਂ? ਨਹੀਂ ਜੀ, ਮੈਂ ਬਿਲਕੁਲ ਬਦਮਾਸ਼ੀ ਦੇ ਦੂਰ ਦੂਰ ਤੱਕ ਵੀ ਮੇਰੇ ਖੂਨ 'ਚ ਨਹੀਂ, ਲੇਕਿਨ ਤੁਹਾਡੀ ਪਰਸਨੈਲਿਟੀ ਬੜੀ ਲਾਊਡ ਹੈਗੀ। ਮੀਆਂ ਸਾਹਿਬ ਦੇ ਨਾਲ ਸਾਡੀ ਮੁਹੱਬਤ ਹੈ। ਜਦੋਂ ਅਸੀਂ ਬਿਲਕੁਲ ਛੋਟੇ ਹੁੰਦੇ ਸੀ, ਉਦੋਂ ਅਸੀਂ ਲਾਹੌਰ ਸੀ, ਅਤੇ ਜਿਸ ਦੌਰ 'ਚ ਇਹ ਮੀਆਂ ਸਾਹਿਬ ਪਹਿਲੀ ਦਫਾ ਬਣੇ, ਦੂਸਰੀ ਦਫਾ, ਉਦੋਂ ਦੇ ਹੀ ਅਸੀਂ ਉਹਨਾਂ ਦੇ ਕਾਰਕੁਨ। ਔਰ ਮੀਆਂ ਸਾਹਿਬ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਦੀ ਵਜ੍ਹਾ ਤੋਂ ਅਸੀਂ ਉਹਨਾਂ ਦੇ ਕਾਰਕੁਨ, ਡਿਵੈਲਪਮੈਂਟ ਦੇ ਹਿਸਾਬ ਨਾਲ, ਔਰ ਜੋ ਜਿਸ ਤਰ੍ਹਾਂ ਮੁਲਕ ਨੂੰ ਅੱਗੇ ਲੈ ਕੇ ਉਹ ਚੱਲਦੇ ਨੇ, ਉਸ ਵਜ੍ਹਾ ਤੋਂ ਅਸੀਂ ਮੀਆਂ ਸਾਹਿਬ ਦੇ ਕਾਰਕੁਨ। ਕਿੰਨਾ ਪਿਆਰ ਹੈਗਾ ਤੁਹਾਡਾ ਮੀਆਂ ਸਾਹਿਬ? ਦੇਖੋ, ਮੀਆਂ ਸਾਹਿਬ ਦੀਆਂ ਪਾਲਿਸੀਆਂ ਦੇ ਨਾਲ ਸਾਨੂੰ ਪਿਆਰ ਹੈ। ਮੀਆਂ ਸਾਹਿਬ ਐਜ਼ ਏ ਲੀਡਰ ਸਾਨੂੰ ਉਹਨਾਂ ਨਾਲ ਪਿਆਰ ਹੈ। ਲੇਕਿਨ ਮੈਂ ਇੱਥੇ ਇਹ ਕਹਾਂਗਾ ਕਿ ਸਾਡੀ ਰੈੱਡ ਲਾਈਨ ਨਹੀਂ ਮੀਆਂ ਸਾਹਿਬ, ਸਾਡੀ ਰੈੱਡ ਲਾਈਨ ਸਾਡਾ ਮੁਲਕ ਹੈ, ਸਾਡੀ ਫੌਜ। ਕੀ ਬਾਤ ਹੈ, ਸ਼ਊਰ ਦੀ ਗੱਲ ਹੈ, ਇਹ ਸ਼ਊਰ ਹੈ, ਇਹ ਸ਼ਊਰ ਹੈ। ਮੀਆਂ ਸਾਹਿਬ ਸਾਡੀ ਰੈੱਡ ਲਾਈਨ ਨਹੀਂ, ਰੈੱਡ ਲਾਈਨ ਸਾਡਾ ਮੁਲਕ ਔਰ ਸਾਡੀ ਫੌਜ। ਮੀਆਂ ਸਾਹਿਬ ਸਾਡੇ ਲੀਡਰ ਨੇ, ਰਹਿਨੁਮਾ ਨੇ, ਔਰ ਜੋ ਅਸੀਂ ਸਮਝਦੇ ਹਾਂ ਕਿ ਇਹ ਮਨਸੂਬਾ ਹੋਣਾ ਚਾਹੀਦਾ ਹੈ, ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਮੁਲਕ ਦੀ ਇੱਜ਼ਤ ਹੋਣੀ ਚਾਹੀਦੀ ਹੈ, ਮੁਲਕ ਤਰੱਕੀ ਕਰਨਾ ਚਾਹੀਦਾ, ਉਹ ਚੀਜ਼ਾਂ ਮੀਆਂ ਸਾਹਿਬ ਨੇ ਸਾਨੂੰ ਕਰਕੇ ਵਹਾਈਆਂ ਨੇ। ਅਤੇ ਇਸ ਵਾਸਤੇ ਅਸੀਂ ਮੀਆਂ ਸਾਹਿਬ ਇਸ ਪਾਰਟੀ ਦੇ ਕਾਰਕੁਨ ਹਾਂ। ਹਾਂਜੀ, ਧਰਨੇ 'ਤੇ ਵੀ ਮੀਆਂ ਸਾਹਿਬ ਦੀ ਮੋਟਰਵੇ 'ਤੇ ਜਾ ਕੇ ਟੁਰਦੇ ਨੇ। ਜੀ ਜੀ, ਮੈਂ ਉਹੀ ਦੱਸਦਾ ਨਹੀਂ ਪਿਆ ਕਿ ਰੈੱਡ ਲਾਈਨ ਸਾਡਾ ਮੁਲਕ, ਵੋਟਰ ਅਸੀਂ ਮੀਆਂ ਸਾਹਿਬ ਦੇ ਹਾਂ। ਜਿੰਨੀ ਦੇਰ ਤੱਕ ਡਿਵੈਲਪਮੈਂਟ ਔਰ ਅਸੀਂ ਸਮਝਾਂਗੇ ਕਿ ਭਾਈ ਅੱਛਾ ਉਸ ਮਨਸ਼ੂਰ 'ਤੇ ਕੰਮ ਹੋ ਰਿਹਾ। ਇਹ ਮੈਂ ਸਵਾਲ ਸਾਰਿਆਂ ਕੋਲੋਂ ਪੁੱਛਣਾ, ਮੈਂ ਚੌਧਰੀ ਸਾਹਿਬ ਕੋਲ ਹੀ ਪੁੱਛਿਆ ਅਤੇ ਮੈਨੂੰ ਹਕੀਕਤ ਪਤਾ। ਮੈਂ ਕਿ ਇੱਕ ਵਾਰੀ ਮੈਂ ਦੱਸਿਆ ਇਹ ਗੱਲ, ਫਿਰ ਮੈਂ ਕਿੰਨੇ ਪੈਸੇ ਲੈਂਦੇ ਹੋ ਨੂਨ ਲੀਗ ਕੋਲ? ਮੈਂ ਸਮਝਦਾ ਕਿ ਨੂਨ ਲੀਗ ਤੇ ਕਿਸੇ ਨੂੰ ਚਾਹ ਵੀ ਨਹੀਂ ਪਿਆਂਦੀ। ਨੂਨ ਲੀਗ ਤੇ ਜੋ ਵੀ ਹਸਬੇ ਤੌਫੀਕ ਹੈ ਅਸੀਂ ਖਰਚ ਕਰਨੇ ਆਪਣੀ ਪਾਰਟੀ 'ਤੇ। ਬਾਹਰ ਕੋਈ ਕਨਵੈਨਸ਼ਨ ਕਰਾ ਲੇ, ਕੋਈ ਫੰਕਸ਼ਨ ਕਰਾ ਲੇ, ਜਾਂ ਕਾਰਕੁਨਾਂ ਦੀ ਦਾਦਰਸੀ ਕਰ ਦਿੱਤੀ, ਉਹਨਾਂ ਦੇ ਕੰਮ ਸ਼ਾਮ ਕਰਾ ਦਿੱਤੇ ਆਪਣੀ ਜੇਬ ਵਿੱਚੋਂ। ਅੱਛਾ, ਨੂਨ ਲੀਗ ਤੇ ਨਹੀਂ ਕਿਸੇ ਨੂੰ ਜਿਹੜਾ ਟੀ ਬੈਗ ਇਸਤੇਮਾਲ ਹੋ ਜਾਂਦਾ ਨਾ ਚਾਹ ਤੋਂ ਬਾਅਦ, ਉਹ ਵੀ ਨਹੀਂ ਦਿੰਦੇ। ਅਸੀਂ ਤਾਂ ਸੁਣਿਆ ਇੰਟਰਨੈਟ 'ਤੇ ਲਿਖਿਆ ਹੈ ਕਿ ਜੀ SN ਚੱਠਾ ਨੂੰ ਮਿੱਠਾ ਜੀ ਨੂੰ ਕੋਈ ਕਰੋੜਾਂ ਰੁਪਏ ਮਹੀਨੇ 'ਤੇ ਜਾਂਦੇ ਨੇ। ਅਸਤਗਫਿਰੁੱਲਾਹ, ਇਹ ਜਿਤਨੇ ਵੀ ਛੱਡੀ ਹੈ ਬੜੀ ਹੀ ਗਲਤ ਛੱਡੀ ਹੈ। ਬਿਲਕੁਲ ਅਸੀਂ ਬਗੈਰ ਕਿਸੇ ਲਾਲਚ ਤੋਂ, ਬਗੈਰ ਪੈਸਿਆਂ ਤੋਂ, ਬਗੈਰ ਰੋਟੀ ਤੋਂ, ਬਗੈਰ ਕਿਸੇ ਮੁਰਾਦ ਤੋਂ ਆਪਣੇ ਮੁਲਕ ਵਾਸਤੇ ਕੰਮ ਕਰ ਰਹੇ ਹਾਂ। ਮੈਂ ਚੌਧਰੀ ਪ੍ਰਵੇਸ਼ ਸਿੰਧਲਾ ਸਾਹਿਬ ਆਏ ਨਾ, ਤੇ ਮੈਂ ਉਹਨਾਂ ਨੂੰ ਕੋਈ ਟਾਈਮ ਕੱਢੇ ਲੱਗ ਜਾਂਦੇ, ਤੇ ਉਸ ਬੰਦੇ ਨੇ ਆਪਣੀ ਜੇਬ ਤੋਂ ਕੋਈ 8-10 ਲੱਖ ਦਾ ਪੈਟਰੋਲ ਲਾਇਆ। ਤੇ ਫਿਰ ਇੱਕ ਬੰਦੇ ਨੇ ਨਾ ਯੂਥੀਆ ਨੇ ਲਿਖਿਆ ਹੋਇਆ ਸੀ ਕਿ ਜੀ ਇਹ ਇੰਨਾ ਪੈਸੇ ਲੈਂਦਾ। ਮੈਂ ਕਿਹਾ ਖੁਦਾ ਦਾ ਨਾਂ ਲੈ ਲਓ ਯਾਰ। ਦੇਖੋ, ਉਹ ਉੱਥੇ ਤੇ ਚੱਲਦਾ ਹੀ ਪੈਸਾ ਨਾ ਤਰੀਕੇ ਇਨਸਾਫ ਵਿੱਚ। ਹਾਂਜੀ, ਉੱਥੇ ਉੱਪਰ ਤੋਂ ਲਾ ਕੇ ਮੁਰਸ਼ਦ ਜਿਹੜਾ ਉਹ ਵੀ ਚੰਦੇ ਤੇ ਚੱਲਦਾ। ਹਕੀਕਤ ਗੱਲ, ਥੱਲੇ ਜਿਹੜਾ ਕਾਰਕੁਨ ਨੇ ਗੰਗੂ ਤੇਲੀ, ਉਹ ਵੀ ਚੰਦੇ ਤੇ ਚੱਲਦਾ ਹੀ। ਸਭ ਕੁਝ ਹੋ ਗਿਆ ਉਹਨਾਂ ਦਾ। ਹੁਣ ਉਹਨਾਂ ਦੇ WhatsApp ਗਰੁੱਪ ਵੀ ਚੰਦੇ ਤੇ ਚੱਲਦੇ ਨੇ, ਤਨਜ਼ੀਮਾਂ ਵੀ ਚੰਦੇ ਤੇ ਚੱਲਦੀਆਂ ਨੇ। ਉਹਨਾਂ ਦਾ ਆਪਣਾ ਰੇਟ ਹੈ, ਕਿਸ ਹਿਸਾਬ ਨਾਲ ਉਹਨਾਂ ਨੂੰ ਪੈਸੇ ਦੇਣੇ ਹੁੰਦੇ ਨੇ। ਜਿੱਥੇ ਕੋਈ ਵਿਕ ਜਾਏ, ਜਿੱਥੇ ਕੋਈ ਵਿਕ ਜਾਏ, ਜਿੱਥੇ ਕਿਸੇ ਨੂੰ ਫਸਾ ਲੈਣ। ਸਾਨੂੰ ਵੀ ਕਹਿੰਦੇ ਰਹੇ ਨੇ, ਬੜੀ ਦੇਰ ਕਹਿੰਦੇ ਰਹੇ ਨੇ ਕਿ ਜੀ ਪਾਸਾ ਪਲਟੋ,
ਤੇ ਪੈਸੇ ਫੜੋ। ਅੱਛਾ ਮਿੱਠਾ ਜੀ, ਮੈਂ ਹਮੇਸ਼ਾ ਸਾਰਿਆਂ ਨੂੰ ਬੋਲਣਾ, ਮੈਂ ਨਾ ਕੋਈ ਵੱਡੀ ਗੱਲ ਨਹੀਂ ਕਰਦਾ, ਲੇਕਿਨ ਹਕੀਕਤ ਜਦੋਂ ਦੇਖੋ ਤੁਹਾਨੂੰ ਹਕੀਕਤ ਤੁਹਾਡੇ ਤੇ ਰੋਨਮਾ ਹੋ ਜਾਏ ਨਾ, ਉਸ ਤੋਂ ਬਾਅਦ ਜੇ ਤੁਸੀਂ ਨਾ ਗੱਲ ਨੂੰ ਸਮਝੋ ਨਾ, ਫਿਰ ਤੁਸੀਂ ਮੁਨਾਫਿਕ ਹੋ। ਇਹ ਇੱਕ ਲਾਈਵ ਪਲੈਟਫਾਰਮ ਹੈਗਾ ਤੁਹਾਡੇ ਵੱਲੋਂ ਵੀ, ਲੋ ਜੀ ਇਮਰਾਨ ਰਿਆਜ਼ ਹੋ ਜਾਏ, ਕਿਹੜਾ ਹੋ ਜਾਏ, ਕਿੰਨੇ ਨਹੀਂ ਕਿਹਾ ਜੀ ਮੀਆਂ ਨਵਾਜ਼ ਸ਼ਰੀਫ ਦੇ ਉੱਤੇ ਤੂੰ ਇੱਕ ਗਾਣਾ ਬਣਾ ਦੇ, ਤੈਨੂੰ ਦੱਸਾਂਗੇ ਮਾਰਕੀਟਿੰਗ ਕੀ ਹੁੰਦੀ ਹੈ, ਤੈਨੂੰ ਦੱਸਾਂਗੇ ਰੀਚ ਕੀ ਹੁੰਦੀ ਹੈ। ਲੇਕਿਨ ਫਿਰ ਗੱਲ ਉਹੀ ਆਉਂਦੀ ਹੈ ਕਿ ਤੁਹਾਡਾ ਈਮਾਨ ਕਿੱਥੇ ਹੈਗਾ, ਤੁਸੀਂ ਖਲੋਤੇ ਕਿੱਥੇ ਹੋ। 2017-18 'ਚ ਜਦੋਂ ਇਸ ਫਿਤਨੇ ਦੇ ਖਿਲਾਫ ਗੱਲ ਸ਼ੁਰੂ ਕੀਤੀ, ਇਹ ਵਜ਼ੀਰ ਆਜ਼ਮ ਹੈਗਾ ਸੀ ਜੀ, ਅੱਲਾ ਦਾ ਸ਼ੁਕਰ ਹੈ ਸਾਡੇ ਸਾਡਾ ਕੁਛ ਵੀ ਨਹੀਂ ਉਖਾੜ ਸਕਿਆ, ਹਾਲੇ ਵੀ ਨਹੀਂ ਕੁਛ ਕਰ ਸਕਦਾ, ਕੁਛ ਵੀ ਨਹੀਂ ਕੀਤਾ। ਲੱਗੇ ਹੋਏ ਨੇ FIR ਦੇ ਨੋਟਿਸਿਸ ਵਗੈਰਾ, ਉੱਥੇ ਤੁਸੀਂ ਬਚੇ ਹੋਏ ਚੱਲਦੇ ਰਹਿੰਦੇ ਆਇਰਲੈਂਡ ਦੇ ਵਿੱਚ ਬੈਠੇ, ਤੁਹਾਨੂੰ ਉੱਥੇ ਵੀ ਪਹੁੰਚਦੇ ਹੋਣਗੇ। ਚੀਜ਼ਾਂ ਚਲਦੀਆਂ ਨੇ, ਲੇਕਿਨ ਇਹ ਜਿਹੜੀ ਪਰਸੈਪਸ਼ਨ ਇਹਨਾਂ ਨੇ ਬਣਾ ਦਿੱਤੀ ਨਾ ਕਿ ਜਿਹੜਾ ਇਹਨਾਂ ਤੋਂ ਖਿਲਾਫ ਗੱਲ ਕਰਦਾ ਉਹ ਪੈਸੇ ਲੈਂਦਾ, ਅਤੇ ਇਹ ਪੈਸੇ ਲੈ ਕੇ ਵੀ ਪੈਸੇ ਨਹੀਂ ਲੈਂਦੇ, ਇਹ ਬੜੀ ਖਤਰਨਾਕ ਹੈ। ਹੁਣ ਮੈਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਤੁਹਾਡੇ ਕੋਲ ਖਾਸ ਜੇ ਤੁਹਾਡੇ ਮਿੱਠੇ ਹੈਗੇ ਨੇ, ਹਰ ਜਗ੍ਹਾ 'ਤੇ ਬੈਠੇ ਹੋਏ ਨੇ। ਅਲੀਮਾ ਬਾਜੀ ਦੇ ਬਾਰੇ 'ਚ ਕੀ ਖਿਆਲ ਹੈਗਾ? ਅਲੀਮਾ ਬਾਜੀ ਮੈਂ ਖਾਸ ਕਰਕੇ ਤੁਹਾਡੇ ਕੋਲ ਪੁੱਛਾਂਗਾ ਕਿ ਕਹਾਣੀ ਕੀ ਚੱਲ ਰਹੀ ਹੈ। ਕਹਾਣੀ ਇਹ ਚੱਲ ਰਹੀ ਹੈ ਕਿ ਮਰੀਮ ਰਿਆਜ਼ ਭੱਟੂ ਸਾਹਿਬਾ ਜੋ ਬੁਸ਼ਰਾ ਬੀਬੀ ਦੀ ਬਾਜੀ ਹੈਗੀ ਨੇ, ਉਹ ਰੋਜ਼ਾਨਾ ਬਿਲਾ ਨਾਗਾ ਅਲੀਮਾ ਬਾਜੀ ਨੂੰ ਟਵੀਟ ਕਰਦੀਆਂ ਨੇ, ਕੋਈ ਕਮੈਂਟ ਅਤੇ ਕੁਐਸਚਨ ਮਾਰਕ ਵੀ ਲਾਉਂਦੀਆਂ ਨੇ ਕਿ ਮੈਨੂੰ ਜਵਾਬ ਮਿਲੇ, ਅਤੇ ਅਲੀਮਾ ਬਾਜੀ ਇੱਕ ਤਾਂ ਜਵਾਬ ਨਹੀਂ ਦਿੰਦੀ। ਇਹ ਕੀ ਵਜ੍ਹਾ? ਦੇਖੋ, ਮਰੀਮ ਰਿਆਜ਼ ਭੱਟੂ ਦੁਬਈ ਦੇ ਵਿੱਚ ਬਹਿ ਕੇ 15 ਲੱਖ ਰੁਪਈਆ ਮਹੀਨਾ ਲੈ ਰਹੀ ਸੀ, 10 ਤੋਂ 15 ਲੱਖ ਰੁਪਈਆ ਹਾਇਰ ਐਜੂਕੇਸ਼ਨ ਦੀ ਉਹਨੂੰ ਪੋਸਟ ਦਿੱਤੀ ਸੀ ਖਾਨ ਸਾਹਿਬ ਨੇ। ਅੱਛਾ, ਦੁਬਈ ਰਹਿੰਦੀ ਸੀ, 10 ਤੋਂ 15 ਲੱਖ ਜਿਹੜਾ ਇਹ ਤੁਸੀਂ ਤਸਦੀਕ ਕਰ ਲੈਣਾ, ਸਾਡੀ ਅਗਰ ਗੱਲ ਝੋਲ ਹੋਏ। ਦੁਬਈ ਬਹਿ ਕੇ ਉਹ ਖਾਂਦੀ ਰਹੀ 4-5 ਸਾਲ ਜਿਹੜੇ ਵੀ ਸੀ, ਠੀਕ ਹੈ, ਰਹਿੰਦੀ ਦੁਬਈ ਸੀ। 15 ਲੱਖ ਉਹਦੇ ਅਕਾਊਂਟ 'ਚ ਜਾਂਦਾ ਸੀ, 10 ਲੱਖ ਜਾਂ 15 ਲੱਖ ਹਾਇਰ ਐਜੂਕੇਸ਼ਨ ਦੀ ਉਹਨੂੰ ਇੱਕ ਅਫੀਸਰ ਲਾਇਆ ਸੀ ਖਾਨ ਸਾਹਿਬ ਨੇ। ਔਰ ਮਰੀਮ ਰਿਆਜ਼ ਭੱਟੂ ਨੇ ਫਿਰ ਜਿਹੜੀ ਐਜੂਕੇਸ਼ਨ 'ਤੇ ਕੰਮ ਕੀਤਾ ਹੋਏਗਾ, ਉਹ ਜਿਹੜੀ ਉਹ ਯੂਨੀਵਰਸਿਟੀ ਹੈ ਜਿੱਥੇ ਰਾਤ ਨੂੰ ਜਿੰਨ ਬੋਲਦੇ ਨੇ, ਹਾਂਜੀ, ਉੱਥੇ ਤਾਲੀਮ ਦਿੱਤੀ ਜਾਂਦੀ ਹੈ ਕਿ ਕਿਸੇ ਦੀ ਜੇਬ ਕਿਵੇਂ ਕੱਟਣੀ ਹੈ। ਅੱਛਾ, ਉਹ ਜਿਹੜੀ ਅਲ-ਕਾਦਰ ਯੂਨੀਵਰਸਿਟੀ ਹੈ, ਜਾਦੂ ਕਿਵੇਂ ਕਰਨਾ ਹੈ, ਕਿਸੇ ਦਾ ਘਰ ਕਿਵੇਂ ਉਜਾੜਨਾ ਹੈ, ਕਿਸੇ ਦੀ ਬੀਬੀ ਕਿਵੇਂ ਫਸਾਣੀ ਹੈ ਜਾਦੂ ਕਰਕੇ, ਕਿਸੇ ਦੀ ਨਿਸ਼ਾਨੀ ਕਿੰਝ ਹੈ ਜਾਦੂ ਕਰਕੇ, ਉੱਥੇ ਇਹੀ ਤਾਲੀਮ ਦਿੱਤੀ ਜਾਂਦੀ ਹੋਏਗੀ ਨਾ, ਜਿਹੜੀ ਰੂਹਾਨੀਅਤ ਜਿਹੜੀ ਇਹੀ ਹੈ। ਹੋਰ ਫਿਰ ਕੀ ਹੈ? ਰੂਹਾਨੀਅਤ ਵੀ ਰੂਹਾਨੀਅਤ ਬੋਲਦਾ। ਹਾਂ, ਉਹ ਤਾਂ ਚਲੋ ਬੜਾ ਕੁਛ ਬੋਲਦਾ ਨਾ। ਅਤੇ ਇਹ ਮਰੀਮ ਰਿਆਜ਼ ਭੱਟੂ ਜਿਹੜੀ ਹੈ ਇਹ ਦੁਬਈ ਆ, ਦਾ ਕਾਰੋਬਾਰ ਹੈ ਉੱਥੇ, ਨਾਈਟ ਕਲੱਬ ਵੀ ਨੇ, ਬਹੁਤ ਪੈਸਾ ਇੱਥੋਂ ਲੈ ਕੇ ਗਏ ਨੇ। ਜਿਹੜਾ ਬਿਜ਼ਨਸ ਹੈ ਦੁਬਈ ਦੇ ਵਿੱਚ ਪੀਰਨੀ ਦਾ ਇੱਕ ਮੁੰਡਾ ਵੀ ਉਹਦੇ ਨਾਲ ਹੀ ਹੈ। ਅੱਛਾ, ਉਹ ਰਲ ਕੇ ਚਲਾਉਂਦੇ ਨੇ, ਰੈਸਟੋਰੈਂਟ ਵੀ ਨੇ, ਨਾਈਟ ਕਲੱਬ ਵੀ ਨੇ, ਹੋਰ ਬਾਕੀ ਮਾਮਲਾਤ ਵੀ ਹੋਣਗੇ, ਫਲੈਟ ਵੀ, ਅਪਾਰਟਮੈਂਟਸ ਵਗੈਰਾ ਵੀ ਹੋਣਗੇ, ਪ੍ਰਾਪਰਟੀ। ਅਤੇ ਇਹ ਮਰੀਮ ਰਿਆਜ਼ ਭੱਟੂ ਨੂੰ ਵੀ ਆਖਰ ਆਈ। ਇਹ ਪਹਿਲੇ ਤਾਂ ਇਹੀ ਸੀ ਨਾ, ਅਤੇ ਇਹ ਤਾਂ ਬਾਅਦ 'ਚੋਂ ਉਲਟੀ ਪੁਲਟੀ ਗੇਮ ਹੋਈ। ਅੱਛਾ, ਅਸਲ ਦੇ ਵਿੱਚ ਮੁਰਸ਼ਦ ਦਾ ਵਿਆਹ ਇਹਦੇ ਨਾਲ ਹੋਣਾ ਸੀ। ਅੱਛਾ, ਠੀਕ ਹੈ ਨਾ। ਹਾਂ, ਉਹ ਤੇ ਫਿਰ ਫੈਜ਼ ਉਮੀਦ ਪੈ ਗਿਆ ਨਾ ਵਿੱਚ। ਮੁਰਸ਼ਦ ਦਾ ਵਿਆਹ ਮਰੀਮ ਰਿਆਜ਼ ਭੱਟੂ ਨਾਲ ਤੈਅ ਸੀ। ਅੱਛਾ, ਉਹ ਤੇ ਫਿਰ ਆਖਰ ਤੇ ਆ ਕੇ ਫੈਜ਼ ਪੈ ਗਿਆ। ਓਕੇ, ਉਹਨੇ ਕਿਹਾ ਇਹ ਨਹੀਂ, ਉਹਦੇ ਨਾਲ ਕਰਨਾ ਹੈ। ਓਕੇ, ਉਸ ਤੋਂ ਬਾਅਦ ਫਿਰ ਮੁਲਾਕਾਤਾਂ ਜਿਹੜੀਆਂ 2-3 ਅਰੇਂਜ ਕੀਤੀਆਂ ਗਈਆਂ। ਅੱਛਾ ਅੱਛਾ ਅੱਛਾ, ਉਹਨੇ ਕਿਹਾ ਬਈ ਜੇ ਤੈਨੂੰ ਵਜ਼ੀਰ ਆਜ਼ਮ ਬਣਾਉਣਾ ਤੇ ਜੇ ਸਾਰਾ ਕੁਝ ਉਹਨੂੰ ਹੀ ਦੇਣਾ ਅਤੇ ਫਿਰ ਸਾਡੀ ਮਿਹਨਤ ਕਿੱਥੇ ਗਈ? ਕਿਉਂਕਿ ਉਹਨੇ ਪਿੱਛੇ ਆਪਣਾ ਸਾਰਾ ਸਿਸਟਮ ਲਾਇਆ ਸੀ, ਪੀਰੀ ਮਰੀਦੀ ਵਾਲਾ, ਜਿਹੜਾ ਉਹ ਮੁਲਾਜ਼ਮ ਸੀ ਇਹਦਾ ਫੈਜ਼ ਹਮੀਦ ਦਾ, ਜਿਹੜਾ ਸਾਰੀ ਇਨਫੋਰਮੇਸ਼ਨ ਪੀਰਨੀ ਬਣਾ ਕੇ ਅਤੇ ਉਹਨੇ ਪੇਸ਼ ਕੀਤਾ, ਅਤੇ ਹਰ ਰੋਜ਼ ਸ਼ਾਮ ਨੂੰ ਉਹਨੂੰ ਕਹਿੰਦਾ ਸੀ ਕਿ ਉਹਨੂੰ ਦੱਸ ਕਿ ਕੱਲ੍ਹ ਇਹ ਹੋ ਜਾਣਾ। ਓਕੇ, ਨਿਮਤੁੱਲਾ ਜਿਹੜਾ ਸੀ, ਜੀ ਹਾਂਜੀ, ਠੀਕ ਹੈ ਨਾ, ਜੀ, ਉਹ ਫੈਜ਼ ਨੇ ਤੇ ਪੂਰਾ ਵਿਛਾ ਕੇ ਬਿਲਕੁਲ ਉਹਨੂੰ ਕਿਹਾ ਵੀ ਜੋ ਵੀ ਸੀ ਛੱਡੋ ਤੁਸੀਂ। ਉਹਨੇ ਕਿਹਾ ਵੀ ਤੂੰ ਕਰਨਾ ਹੈ, ਉਹਨੇ ਨਹੀਂ ਕਰਨਾ। ਅਸੀਂ ਅੱਜ ਦੀ ਮਿਹਨਤ ਕੀਤੀ ਤੇਰੇ ਵਾਸਤੇ ਕੀਤੀ ਹੈ, ਤੂੰ ਪੀਰਨੀ ਹੈ। ਠੀਕ ਹੈ, ਬਿਲਕੁਲ। ਹਾਂ, ਤੂੰ ਉਹਨੂੰ ਇਸਲਾਮ ਸਿਖਾਉਣਾ ਹੈ ਜਾਂ ਜੋ ਅਸੀਂ ਤੈਨੂੰ ਦੱਸਦੇ ਉਹ ਤੂੰ ਸਿਖਾਉਣਾ ਹੈ। ਮੇਰੇ ਕੋਲ ਵੀ ਇੱਕ ਇਨਫੋਰਮੇਸ਼ਨ ਹੈਗੀ ਹੈ, ਮੈਂ ਤੁਹਾਨੂੰ ਦੱਸਾਂ। ਮੈਨੂੰ ਇਹਦੇ ਨਾਲ ਤੁਸੀਂ ਕਿਹਾ ਨਾ ਮੁਰਸ਼ਦ ਲਈ ਸਭ ਤੋਂ ਪਹਿਲੇ ਇਹਨਾਂ ਦਾ ਹੈਗਾ ਸੀ। ਜੀ। ਅੱਛਾ, ਮੈਂ ਸੁਣਿਆ, ਮੈਂ ਗਲਤ ਹੋ ਸਕਦਾ, ਉਹਨਾਂ ਦੀ ਉਹਦੇ ਨਾਲ ਠੋਕਾ ਠਕਾਈ ਸੀ, ਖਿੱਚੂ ਪ੍ਰੋਗਰਾਮ। ਜੀ ਇੰਨੇ ਵਸੂਕ ਨਾਲ ਤੁਸੀਂ ਜੀ ਬਿਲਕੁਲ ਟੈਸਟ ਕਰਾ ਲੈਂਦੇ ਮੁਰਸ਼ਦ ਦਾ, ਦੋਨਾਂ ਦਾ, ਮਰੀਮ ਰਿਆਜ਼ ਭੱਟੂ ਦਾ। ਹਾਂ, ਟੈਸਟ ਕਰਾ ਲੈਂਦੇ ਕਿ ਕਿਹੜੇ ਸੁਰਾਖ ਚੂਹਾ ਵੜੇ ਆ। ਹੁਣ ਇਹ ਚੂਹੇ ਨਹੀਂ ਨਿਕਲਦੇ ਜਦੋਂ ਇਹ ਸਾਉਣ ਭਾਦਰੋਂ 'ਚ ਬਾਰਿਸ਼ ਹੁੰਦੀ ਹੈ, ਚੂਹੇ ਨਿਕਲਦੇ ਨਹੀਂ ਖੁੱਡਾਂ 'ਚੋਂ, ਬਾਅਦ 'ਚੋਂ ਪਤਾ ਨਹੀਂ ਕਿਹੜੀ ਖੁੱਡ 'ਚ ਵੜ ਜਾਂਦੇ ਨੇ।
ਮਤਲਬ ਬਾਰਿਸ਼ ਪਿੱਛੇ ਮਾਰ ਕੇ ਜਿੱਥੇ ਕੋਈ ਵੱਲ ਖੁੱਡ ਲੱਭੇ ਉੱਥੇ ਵੜ ਜਾਂਦੇ ਨੇ, ਇਹੀ ਹਿਸਾਬ ਸੀ। ਅੱਛਾ, ਮੈਂ ਸੁਣਿਆ ਵੈਸੇ ਕਿ ਇਮਰਾਨ ਸਾਹਿਬ ਦੀ ਸਭ ਤੋਂ ਪਹਿਲੇ ਮੁਲਾਕਾਤ ਹੋਈ ਸੀ ਮਰੀਮ ਰਿਆਜ਼ ਭੱਟੂ ਸਾਹਿਬਾ ਨਾਲ ਜੀ, ਅਤੇ ਉਹਨਾਂ ਨੇ ਕਿਹਾ ਸੀ ਕਿ ਖਾਨ ਸਾਹਿਬ ਖੁਦ ਬੇਸਿਕਲੀ ਹੈਗੇ ਨੇ ਈਮਾਨ ਦੇ ਕਮਜ਼ੋਰ, ਉਹਨਾਂ ਦੇ ਆਦਮੀ ਨੇ, ਅਤੇ ਪੀਰ ਸ਼ੀਰ ਬਦਲਦੇ ਰਹਿੰਦੇ ਨੇ, 4 ਅੱਜ ਤੱਕ ਬਦਲ ਚੁੱਕੇ ਨੇ। ਅਤੇ ਮਰੀਮ ਰਿਆਜ਼ ਭੱਟੂ ਸਾਹਿਬ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਬੜੇ ਪਹੁੰਚੇ ਪੀਰ ਨਾਲ ਮਿਲਾਨੀ ਹਾਂ, ਉਹ ਹੈਗੀ ਸੀ ਬੁਸ਼ਰਾ ਬੀਬੀ। ਅਤੇ ਫਿਰ ਖਾਨ ਸਾਹਿਬ ਨੇ ਕਿਹਾ ਜੀ, ਖਾਨ ਸਾਹਿਬ ਵੀ ਦਿਲ ਗੁਰਦੇ ਵਾਲੇ ਆਦਮੀ ਨੇ, ਉਹਨਾਂ ਨੇ ਕਿਹਾ ਜੀ ਮਿਲਾਓ, ਔਰਤ ਹੈਗੀ ਹੈ ਬੜੀ ਚੰਗੀ ਪੀਰ, ਨਹੀਂ ਨਬਜ਼ ਚੱਲਣੀ ਚਾਹੀਦੀ ਹੈ ਬਸ। ਹਾਂਜੀ। ਤੋ ਅਤੇ ਸੁਣਨ 'ਚ ਆਇਆ ਕਿ ਬੁਸ਼ਰਾ ਬੀਬੀ ਨੇ ਇਨਕਾਰ ਕਰਤਾ ਖਾਨ ਸਾਹਿਬ ਨੂੰ ਮਿਲਣ ਨਹੀਂ, ਪਹਿਲੀ ਦਫਾ ਦਿਲ ਜਿੱਤਣਾ ਹੁੰਦਾ ਨਾ, ਅਤੇ ਇਨਕਾਰ ਕਰਤਾ। ਖਾਨ ਸਾਹਿਬ ਕਹਿੰਦੇ ਮੈਨੂੰ ਇਨਕਾਰ ਕਰ ਦਿੱਤਾ। ਫਿਰ ਉਸ ਤੋਂ ਬਾਅਦ ਉਹ ਮੁਲਾਕਾਤ ਹੋਈ ਅਤੇ ਕੰਮ ਸ਼ਮ ਚੱਲਿਆ। ਅਤੇ ਇਹ ਗੱਲ ਇਹੀ ਹੈਗੀ ਕਿ ਸਭ ਤੋਂ ਪਹਿਲੇ ਹੋਣੀ ਸ਼ਾਦੀ ਮਰੀਮ ਰਿਆਜ਼ ਭੱਟੂ ਸਾਹਿਬਾ ਦੀ ਸੀ ਜੀ, ਉਹ ਤੈਅ ਸੀ ਨਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਨਾਲ ਕਰ ਲਿਆ। ਫਿਰ ਉਹਨਾਂ ਨੇ ਕਿਹਾ ਜੀ ਤੈਨੂੰ ਔਰ ਪਾਕ ਖੂਨ ਚਾਹੀਦਾ ਅਤੇ ਤੁਸੀਂ ਅੱਛਾ, ਇਹ ਮਰੀਮ ਰਿਆਜ਼ ਭੱਟੂ ਸਾਹਿਬਾ ਅਸਲ 'ਚ ਮੈਂ ਇਸ ਦੀ ਗੱਲ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਉਹ ਅਲੀਮਾ ਖਾਨ ਦੀਆਂ ਬਹੁਤ ਮਿੰਨਤ ਤਰਲਾ ਕਰ ਰਹੀਆਂ ਨੇ ਕਿ ਖੁਦਾ ਦੇ ਵਾਸਤੇ ਮੈਨੂੰ ਰਿਪਲਾਈ ਕਰ ਦਿਓ। किस चीज़ का रिप्लाई मांगती है? आपको कि अलीमा बाजी हम ये करेंगे मिलके, अलीमा बाजी ये करेंगे। अलीमा बाजी ने कॉल दी ना कि पहुँचो मंगल वाले दिन, तो नाले फिर मुकर गई कि मैं तो नहीं बुलाया किसी ने अपनी मर्जी ना लाना। नहीं तो फिर मरीम रियाज क्यों नहीं पहुँची? नहीं, मरीम रियाज बेचारी फ्रैंक होने की कोशिश कर दी है, लेकिन जब तक जो PTI के सहाफ़ी ने ना वो दसते हैं कि अलीमा खान ने क्यों है कि इस औरत में मेरे इन्होंने मेरे भरा का बेड़ा कर किया, ऐस बुशरा बीबी ने तो इस औरत ने किनू नहीं पता। ਉਹ ਕਹਿੰਦੇ ਨੇ ਨਾ ਦੋਵਾਂ ਔਰਤਾਂ ਨੇ ਮੇਰੇ ਭਰਾ ਦਾ ਬੇੜਾ ਕਰ ਕੀਤਾ। ਤੇ ਪਹਿਲੇ ਉਹਦਾ ਬੇੜਾ ਚੰਗਾ ਸੀ ਜਦੋਂ ਨਹੀਂ, ਪਹਿਲੇ ਜਦੋਂ ਰਿਆਮ ਖਾਨ ਦੀ ਕਿਤਾਬ ਪੜ੍ਹੀ, ਓਹੋ ਸਫਾ ਨੰਬਰ 1 ਹੈਗਾ ਜੀ 275 ਇਸ ਤਰ੍ਹਾਂ ਦਾ ਸਫਾ ਸੀ। ਹਾਂਜੀ, ਉਦੋਂ ਜਦੋਂ ਅਜ਼ਾਨਾਂ ਹੋ ਰਹੀਆਂ ਸਵੇਰੇ ਸਵੇਰੇ ਅਤੇ ਉਹਨੇ ਐਂ ਦਰਵਾਜ਼ਾ ਖੋਲ੍ਹਿਆ ਅਤੇ ਇਹ 4-5 ਮੁੰਡੇ ਇਹ ਅੰਦਰ ਜੁੜੇ ਸੀ ਤੌਲੀਏ ਪਾ ਕੇ, ਠੀਕ ਹੈ ਨਾ, ਦੇਹ ਤੇਰੇ ਦੀ ਲੱਗੇ ਸੀ, ਲੱਗਦਾ ਇੰਝ ਹੀ ਸੀ ਫਿਰ ਪਤਾ ਨਹੀਂ ਘੋਲ ਹੋ ਰਿਹਾ ਜਾਂ ਲੇਲੇ ਭਿੜਦੇ ਨੇ ਪੈ। ਅਤੇ ਉਹ ਅਲੀਮਾ ਨੂੰ ਉਹ ਕੋ ਨਹੀਂ ਯਾਦ? ਨਹੀਂ, ਇਹ ਮਤਲਬ ਉਹਨੂੰ ਉਹ ਨਹੀਂ ਪਤਾ। ਨਹੀਂ, ਉਸ ਤੋਂ ਬਾਅਦ ਮੁਰਾਦ ਸਈਦ ਜਿਹੜਾ, ਹਾਂਜੀ ਮੁਰਾਦ ਸਈਦ ਦਾ ਤਾਂ ਪਤਾ। ਹਾਂ ਠੀਕ ਹੈ ਨਾ, ਉਹ ਸਾਰਾ ਦਿਨ ਇੰਝ ਸੀ ਜਿਵੇਂ ਪੱਖੇ ਦੇ ਨਾਲ ਕੋਈ ਸ਼ਾਇਦ ਟੰਗੀ ਹੈ, ਉਹਨੂੰ ਅੱਜ ਕਮਾਈ ਰੱਖਦਾ ਸੀ। ਉਹਦੇ ਨਾਲ ਵੈਸੇ ਜ਼ਿਆਦਤੀ ਕੀਤੀ, ਸੁਣਿਆ ਬਿਮਾਰ ਹੋ ਗਿਆ, ਕੋਈ ਬਿਮਾਰੀ ਲੱਗੀ ਹੈ। ਜ਼ਹਿਰੀ ਗੱਲ ਹੈ, ਉਹਨੇ ਹੁਣ ਸਾਰਾ ਇੰਜਨ ਨਵਾਂ ਤਰਾਇਆ। ਉਹਨੇ ਭਾਈ ਜੀ ਮੋਹਰਾ ਨਵਾਂ ਤਰਾਇਆ। ਹਾਂ, ਕਿਉਂਕਿ ਉਹਨੇ ਵਿਆਹ ਕਰ ਲਿਆ ਤਾਲਿਬਾਨ ਦੇ ਲੀਡਰ ਨਾਲ ਵੀ। ਅੱਛਾ, ਉੱਥੇ ਤਾਲਿਬਾਨ ਤੁਹਾਨੂੰ ਪਤਾ ਉਹ ਕੀ ਕਰਦੇ? ਤਸਵੀਰਾਂ ਤੇ ਆਈਆਂ ਨੇ, ਤੁਹਾਨੂੰ ਪਤਾ ਨਾ ਉਹ ਕੀ ਕਰਦੇ ਨੇ? ਉਹਨਾਂ ਦੀ ਵਲੀਮੇ ਦੀ ਤਸਵੀਰ ਆਈ ਹੋਈ। ਕੱਚਾ ਚਲਾਉਂਦੇ ਨੇ ਨਾ। ਹਾਂਜੀ ਹਾਂਜੀ, ਕੱਚਾ ਅਮਰੂਦ ਖਾਂਦੇ ਨੇ ਨਾ ਉਹ। ਹਾਂਜੀ ਬੇਸ਼ੱਕ। ਤੇ ਫਿਰ ਅਮਰੂਦ ਦੇ ਨਾਲ ਕਰਦੇ ਕੀ ਨੇ? ਖਾਂਦੇ ਕਿੰਜ ਨੇ? ਦੰਦੀਆਂ ਵੀ ਨਾਲ ਵੜਦੇ ਨੇ। ਮੁਰਾਦ ਸਈਦ ਤਦ ਹੀ ਉਹਨਾਂ ਨੇ ਬਾਰੇ ਚ ਕਰੇ ਕਿ ਜ਼ਖਮੀ ਵੀ ਹੋਏ ਨੇ ਥੋੜਾ ਜਿਹਾ ਆਣਗੇ, ਲੇਕਿਨ ਉਹਨਾਂ ਨੇ ਕਿਹਾ ਸੀ ਮੈਂ ਆ ਜਾਵਾਂਗਾ, ਫਿਰ ਆਏ ਵੀ ਨਿਕਲੇ ਵੀ ਨਹੀਂ ਯਾਰ। ਉਹੀ ਉਹ ਵਿਚਾਰੇ ਨੇ ਕੀ ਆਣਾ, ਉਹ ਚੱਲ ਫਿਰ ਵੀ ਨਹੀਂ ਸਕਦਾ। ਅੱਛਾ, ਮੁਰਾਦ ਸਈਦ ਨਹੀਂ ਆ ਸਕਦਾ? ਹਾਂ ਨਹੀਂ, ਉਹਨੇ ਕਿੱਥੇ ਆਣਾ, ਉਹ ਪਾਗਲ ਹੈ, ਅਫਗਾਨਿਸਤਾਨ ਤੋਂ ਇੱਥੇ ਆਏ। ਨਹੀਂ, ਚੱਲ ਫਿਰ ਵਾਕਈ ਨਹੀਂ ਸਕਦਾ ਭਾਈ, ਸਿਸਟਮ ਬਾਡੀ ਨਵੀਂ ਤਰਾਈ ਹੈ। ਅੱਛਾ, ਸਾਰੀ ਓਵਰਹੋਲਿੰਗ ਇੰਜਨ ਉਹਨਾਂ ਦਾ। ਛੱਲਾ ਜੋ ਖਰਾਬ ਹੋ ਗਿਆ, ਛੱਲਾ ਜੀ ਤਬਾਹ ਹੋ ਗਿਆ ਭਾਈ ਜਾਨ। ਤੇ ਬੜੀ ਜੀ ਜੀ ਸੈਂਸਿਟਿਵ ਇਲਾਜ ਉਲੂਜ ਵੈਸੇ ਕਰਾਉਣਾ ਚਾਹੀਦਾ ਉਹਨਾਂ ਨੇ। ਫੱਕੀ ਹਾਂ, ਉਹਨਾਂ ਕੋਲ ਕੀ ਹੁੰਦਾ, ਕਾਲਾ ਲੂਣ ਤੇ ਕੋਈ ਸੌਂਫ ਸੂਫ। ਅੱਛਾ, ਮੈਂ ਖਾਸ ਇਹ ਜਿਹੜੀ ਤਹਿਰੀਕੇ ਇਨਸਾਫ ਹੈਗੀ ਹੈ ਸਾਰੀ, ਤੁਹਾਡੇ ਨਾਲ ਇਹਨਾਂ ਮੁਹੱਬਤ ਇਹਨਾਂ ਦੀ ਕਿਉਂ ਹੈ? ਖਾਸ ਕਰਕੇ ਕਹਿੰਦੇ ਨੇ ਜਿੱਥੇ ਐਸਨ ਛੱਠਾ ਨਜ਼ਰ ਆ ਜਾਏ ਬਸ, ਜਿੱਥੇ ਨਜ਼ਰ ਆ ਜਾਏ ਉੱਥੇ ਇਹਨੂੰ ਦੇ ਦੇਣੀ ਹੈ। ਨਹੀਂ, ਕੀ ਦਿੰਦੇ ਵੀ ਨੇ। ਅੱਛਾ, ਹਾਂ, ਪੇਸ਼ ਵੀ ਕਰਦੇ। अच्छा, फोन मैसेज आते हैं आपको? हाँ कि जी आ जाओ, तैयार है, वाल शाल मुन्ने ने, धुन्नी बिल्ली सारा कुछ साफ है, आ जाओ। तो मैं जाना फिर आयरलैंड में प्यार नहीं, इत्थे भी हर जगह ते प्यार करते हैं भाई। अच्छा, गलत नजरिए नाल नहीं, पूरा पेश करते हैं, तैयार करके लाल जोड़ा पाते ने नाल। हाँ, उत्ते फिर लिखते ने अच्छा कि नथ तुसां खोलनी है। पिंडां थावां ते मੱਝਾਂ नवीं कदी होंदियां वेखियां? नहीं, मैं नहीं। संडा कदी वेखिया? संडा वेखिया मैं। संडे ਨੂੰ ਕਦੀ ਮੱਝ ਨਵੀਂ ਕਰਦਿਆਂ ਵੇਖਿਆ? ਨਹੀਂ, ਮੈਂ ਵੇਖਿਆ ਨਹੀਂ, ਲੇਕਿਨ ਮੈਨੂੰ ਅੰਦਾਜ਼ਾ ਹੋ ਗਿਆ ਕੀ ਗੱਲ। ਤੁਸੀਂ ਇੰਝ ਹੀ ਸਮਝੋ ਮੈਂ ਸੰਡਾ, ਅੱਛਾ, ਤੇ ਮੈਂ ਉਹਨਾਂ ਦੀਆਂ ਮੱਝਾਂ ਨਵੀਆਂ ਕਰਨਾ। ਅੱਛਾ, ਇਹ ਗੱਲ, ਇਹ ਸਾਡਾ ਰਿਸ਼ਤਾ ਉਹਨਾਂ ਨਾਲ। ਇਹ ਰਿਸ਼ਤਾ ਤਾਂ ਉਹਨਾਂ ਨਾਲ ਠੀਕ ਹੋ ਗਿਆ। ਜੀ ਜੀ, ਕੋਈ ਬੜੀ ਦੂਰ ਦੂਰ ਤੋਂ ਆਉਂਦੇ ਨੇ ਮੱਝਾਂ ਲੈ ਕੇ ਟਰਾਲਿਆਂ 'ਚ ਪਾ ਕੇ, ਲਾਲ ਜੋੜੇ ਪਵਾ ਕੇ ਮੱਝਾਂ ਨੂੰ, ਕਿ ਭਾਵੇਂ ਤੁਸੀਂ ਹੁਣ ਆਇਆ ਤੇ ਸਾਡੀ ਵੀ ਨਵੀਂ ਕਰਿਆ ਜੀ। ਫਿਰ ਤੁਸੀਂ ਕਰਨੀ ਪੈਂਦੀ ਹੈ, ਖਿਦਮਤ ਵੀ ਤਾਂ ਕਰਨੀ। ਜੀ ਜੀ ਬਿਲਕੁਲ, ਦੇਖੋ ਮੁਲਕ ਵਾਸਤੇ ਸਾਰਾ ਕੁਝ ਕਰਨਾ ਪੈਂਦਾ। ਇਹ ਦੋ ਭੈਣਾਂ ਨੇ, ਸਨਮ ਜਵੇਦ ਤੇ ਫਲਕ ਜਵੇਦ। ਜੀ ਜੀ, ਇਹ ਤੁਹਾਡੇ ਬਾਰੇ 'ਚ ਬਹੁਤ ਹਜ਼ਾਨ ਬਖਤੀਆਂ ਨੇ, ਮੈਨੂੰ ਬੜੀ ਤਕਲੀਫ ਹੁੰਦੀ ਹੈ। ਨਹੀਂ, ਤਕਲੀਫ ਵਾਲੀ ਗੱਲ ਹੀ ਨਹੀਂ, ਬਲਕਿ ਤੁਸੀਂ ਖੁਸ਼ ਹੋਵਿਆ ਕਰੋ। ਹੁਣ ਸਭ ਤੋਂ ਪਹਿਲਾ ਜਿਹੜਾ ਯੂਥੀਆ ਗਰਾਇਆ ਗਿਆ ਸੀ ਸਨਮ ਦਾ, ਉਹ ਇਮਰਾਨ ਰਿਆਜ਼ ਦਾ ਸੀ। ਅੱਛਾ, ਬਣੀ ਗੱਲ ਹੈ, ਇਹ ਹੀ ਲੱਗ ਗਿਆ ਸੀ ਨਾ।
ਇਮਰਾਨ ਰਿਆਜ਼ ਸਾਹਿਬ ਦਾ? ਇਮਰਾਨ ਰਿਆਜ਼ ਹੀ ਇਹਨੂੰ ਲੈ ਕੇ ਦੋਵਾਂ ਭੈਣਾਂ ਨੂੰ ਬਨੀ ਗਾਲਾ ਲੈ ਕੇ ਗਿਆ ਸੀ ਨਾ 2013-14 'ਚ। ਅੱਛਾ। ਉਦੋਂ ਇਹ ਬਿਲਕੁਲ ਅਜੇ ਚਸ਼ਮੇ ਫੁੱਟਦੇ ਸਨ ਪੈ। ਓਕੇ। ਅਮਰੂਦ ਅਜੇ ਉਗਦੇ ਸਨ ਪੈ। ਓਕੇ। ਠੀਕ ਹੈ ਨਾ, ਉਦੋਂ ਇਹ ਲੈ ਕੇ ਗਿਆ ਸੀ ਨਾ ਦੋਵਾਂ ਨੂੰ, ਬਲਕਿ 3-4 ਹੋਰ ਵੀ ਲੈ ਕੇ ਗਿਆ ਸੀ। ਜਿਹਦੀਆਂ ਦੰਦਾਂ ਤੇ ਚਿੰਗਮ ਲੱਗੀ ਆ ਆਲੀਆ ਹਮਜ਼ਾ, ਇਹਨੂੰ ਵੀ ਉਹੀ ਲੈ ਕੇ ਗਿਆ ਸੀ। ਦੰਦਾਂ ਤੇ ਚਿੰਗਮ ਲੱਗੀ ਹੈ ਨਾ ਭੈਣ, ਕਾਲੇ ਦੰਦ ਨੇ ਸਾਰੇ। ਅੱਛਾ ਅੱਛਾ। ਇੰਝ ਹੀ ਲੱਗਦਾ ਜਿਵੇਂ ਇਹ ਉਹ ਲੁੱਕ ਖਾਂਦੀ ਹੈ। ਅੱਛਾ ਹਾਂ। ਇੱਕ ਉਹਨਾਂ ਦੇ ਬਾਰੇ 'ਚ ਹੋਰ ਵੀ ਗੱਲ ਹੈਗੀ ਹੈ। ਮੈਂ ਸਿਆਸੀ ਗੱਲ ਕਰਾਂਗਾ, ਉਹਨਾਂ ਨੂੰ ਨਾ ਇਹ ਰਿਪੋਰਟਰਾਂ ਦੇ ਨਾਲ ਮੋਟਰਸਾਈਕਲਾਂ 'ਤੇ ਨਹੀਂ ਫਿਰਨਾ ਚਾਹੀਦਾ ਸਰ, ਆਦਤ ਹੈ ਨਾ। ਨਹੀਂ, ਇਹ ਨਹੀਂ ਫਿਰਨਾ ਨਹੀਂ, ਉਸ ਦੌਰ ਦੇ ਵਿੱਚ ਮੋਟਰਸਾਈਕਲਾਂ 'ਤੇ ਸ਼ਾਮੀ 9-10 ਵਜੇ ਛੱਡਣ ਜਾਣ ਔਰ ਸਵੇਰੇ ਲਿਆਉਣ, ਉਹ ਮੋਟਰਸਾਈਕਲ 'ਤੇ ਹੁੰਦਾ ਸੀ। ਹਾਂਜੀ, ਉਸ ਦੌਰ 'ਚ। ਅਤੇ ਪੁਰਾਣੀਆਂ ਆਦਤਾਂ ਨੇ, ਠੀਕ ਹੋ ਗਿਆ, ਉਹਨਾਂ ਨੂੰ ਕੀ ਪਰਵਾਹ ਹੈ। ਨਹੀਂ, ਲੇਕਿਨ ਉਹਨਾਂ ਗਲਤ ਗੱਲ ਹੈ। ਸਿਆਸੀ ਕੈਂਪੇਨ ਤੁਸੀਂ ਕਰ ਰਹੇ ਹੋ, ਤੇ ਤੁਸੀਂ ਰਿਆਸਤ ਸਰ ਇਹ ਸਿਆਸੀ ਜਮਾਤ ਹੀ ਨਹੀਂ, ਤੇ ਫਿਰ ਰਿਆਸਤ ਮਦੀਨਾ ਦੀ ਕਹਾਣੀ ਸੁਣਾਓ। ਤੇ ਮਤਲਬ ਰਿਆਸਤ ਮਦੀਨਾ ਦੀ ਗੱਲ ਉਹ ਕਰਦਾ ਪਿਆ ਜਿਹਨੂੰ ਕਲਮਾ ਹੀ ਨਹੀਂ ਆਉਂਦਾ। ਹਾਂ, ਤੇ ਮੈਂ ਤਾਂ ਵੈਸੇ ਕਹਿੰਦਾ, ਮੈਨੂੰ ਇਹ ਦੱਸ ਛੜੇ ਵੀ ਨਮਾਜ਼ਾਂ ਕਿੰਨੀਆਂ ਹੁੰਦੀਆਂ, ਉਹਨਾਂ ਦੀ ਰਕਾਤਾਂ ਕਿੰਨੀਆਂ। ਮਿੱਠਾ ਜੀ, ਮੈਂ ਤਾਂ ਕਹਿੰਦਾ ਮੇਰਾ ਜਿੰਨਾ ਵੀ ਸੋਸ਼ਲ ਮੀਡੀਆ ਨਾਲ ਜਿੰਨਾ ਵੀ ਮੇਰੇ ਅਕਾਊਂਟ ਨੇ, ਮੈਂ ਸਾਰੇ ਡਿਲੀਟ ਕਰਕੇ ਚਲਾ ਜਾਵਾਂਗਾ। ਇਹ ਕਲਮਾ ਪੂਰਾ ਪੜ੍ਹ ਕੇ ਸੁਣਾ ਦੇ। ਨਹੀਂ ਸੁਣਾ, ਮੈਂ ਨਹੀਂ ਸੁਣਾ, ਮੈਂ ਨਾ ਚੱਕਰ ਹੀ ਕੋਈ ਨਸੀਬ ਹੀ ਨਹੀਂ ਹੈਗਾ ਸਰ, ਗੱਲ ਹੀ ਕੋਈ ਨਹੀਂ। ਅੱਛਾ ਮਿੱਠਾ ਜੀ, ਤੁਹਾਡੇ ਜ਼ਿਹਨ 'ਚ ਕਦੀ ਖਿਆਲ ਆਇਆ ਹੋਏ, ਵੈਸੇ ਮੈਂ ਕਹਾਂ ਸ਼ੈਤਾਨ ਤੇ ਆ ਹੀ ਜਾਂਦਾ ਨਾ। ਜੀ ਜੀ। ਵੈਸੇ ਤੇ ਤੁਸੀਂ ਅੱਜ ਕੱਲ੍ਹ ਤੇ ਡੱਕੇ ਆ, ਡੱਕਿਆ, ਲੇਕਿਨ ਸ਼ੈਤਾਨ ਆ ਜਾਏ ਤੁਹਾਡੇ ਜ਼ਿਹਨ 'ਚ ਆਇਆ ਕਿ ਯਾਰ ਮੈਂ ਵੀ PTI ਦੇ ਹੱਕ 'ਚ ਗੱਲ ਕਰਕੇ ਕਰੋੜਾਂ ਰੁਪਇਆ ਕਮਾਵਾਂ, ਤੁਹਾਡੀ ਜਿੰਨੀ ਰੀਚ ਹੈਗੀ ਹੈ, ਲਾ ਹੌਲਾ ਵਲਾ ਕੁਵਤ, ਕਦੀ ਆਇਆ ਹੋਏ? ਵੈਸੇ ਤੁਸੀਂ ਲਾਨਤ ਭੇਜਿਆ? ਅਸੀਂ ਸੋਚ ਹੀ ਨਹੀਂ ਸਕਦੇ, ਇਹੋ ਜਿਹਾ ਪੈਸਾ ਨਹੀਂ ਚਾਹੀਦਾ ਸਾਡੇ ਖੂਨ 'ਚ ਇਹ ਕੰਮ ਨਹੀਂ ਹੈ। ਅੱਛਾ। ਸਾਡੇ ਖੂਨ 'ਚ ਸਾਡੇ ਮੁਲਕ ਨਾਲ ਮੁਹੱਬਤ, ਸਾਡੀ ਫੌਜ ਨਾਲ ਮੁਹੱਬਤ, ਅਦਾਰਿਆਂ ਨਾਲ ਮੁਹੱਬਤ ਹੈ। ਪੈਸੇ ਕੇ ਸਾਨੂੰ ਨਹੀਂ ਕੋਈ ਖਰੀਦ ਸਕਦਾ। ਹਕੀਕਤ ਗੱਲ ਹੈ। ਬੜੀ ਕੋਸ਼ਿਸ਼ ਹੋਈ, ਹੋ ਗਈ। ਉਹ ਬੜੀ ਕਿੰਨੇ ਵੈਸੇ ਕੀਤੀ? ਬੜੇ ਲੋਕ ਨੇ, ਇਹ ਆਏ ਹੋਣੇ ਨੇ ਸਾਰੇ, ਬੜੇ ਇਮਰਾਨ ਰਿਆਜ਼ ਵਗੈਰਾ ਨੇ ਡੈਫੀਨਿਟਲੀ ਮੈਸੇਜ ਕੀਤਾ ਹੋਣਾ ਕਿ ਫੜੋ। ਅਸੀਂ ਕਿਹਾ ਕਿ ਕੁੜੀ ਛੱਡ ਜਾ ਤੇ ਸਵੇਰੇ ਤੋੜ ਦਿਆਂਗੇ। ਪੈਸੇ ਨਹੀਂ ਪੈਸੇ ਨਹੀਂ। ਮੈਂ ਕਿਹਾ ਬੱਚੀਆਂ ਛੱਡ ਜਾਓ। ਅੱਛਾ। ਹਫਤੇ ਬਾਅਦ ਨਵੀਂ ਹੋ ਕੇ ਵਾਪਸ ਮਿਲ ਜਾਏਗੀ ਤੁਹਾਨੂੰ, ਲੇਕਿਨ ਪੈਸਾ ਨਹੀਂ। ਨਹੀਂ, ਇਹ ਤੇ ਬੜੇ ਦਿਲ ਗੁਰਦੇ ਦੀ ਗੱਲ ਹੈ। ਮਤਲਬ ਇਹ ਤੁਸੀਂ ਇੰਝ ਹੀ ਸਮਝੋ ਵੀ ਮੈਂ ਇਹਨਾਂ ਦਾ ਬਹਿਨੋਈ ਹਾਂ। ਤਰੀਕੇ ਇਨਸਾਫ ਸਾਰਿਆਂ ਦਾ, ਜਿੰਨੇ ਵੀ ਪ੍ਰੋਗਰਾਮ ਯੂਥ ਪ੍ਰੋਗਰਾਮ ਹੈ ਜਾਂ ਸੋਸ਼ਲ ਮੀਡੀਆ ਉਹਨਾਂ ਪਰ ਇਹੀ ਨੇ ਨਾ, ਸਮਝੋ ਕਿ ਮੈਂ ਇਹਨਾਂ ਦਾ ਬਹਿਨੋਈ ਹਾਂ। ਅੱਛਾ। ਨਹੀਂ, ਲੇਕਿਨ ਫਿਰ ਵੀ ਕਦੀ ਹੋਇਆ ਨਹੀਂ? ਕਈਆਂ ਦੇ ਘਰ ਮੈਂ ਟੁੱਕੇ ਹਾਂ ਤੇ ਕਈਆਂ ਦਾ ਬਗੈਰ ਟੁੱਕਣ ਤੋਂ। ਟੁੱਕਣਾ ਸਮਝਦੇ ਹੋ ਨਾ? ਨਹੀਂ, ਟੁੱਕਣਾ ਵੀ ਮੈਂ ਟੁੱਕਣਾ ਸਮੇਂ ਬਰਾਤ ਲੈ ਕੇ ਤੁਸੀਂ ਜਾਂਦੇ ਹੋ। ਅੱਛਾ। ਪੂਰਾ ਤੂਤੂ ਵਾਜੇ ਲੈ ਕੇ ਜਾਂਦੇ ਹੋ, ਪੂਰਾ ਲੱਕੜ ਦੇ ਘੋੜੇ ਤੇ ਬਹਿ ਕੇ ਜਾਂਦੇ ਹੋ। ਇਸਲਾਮ 'ਚ ਤੇ 4 ਸ਼ਾਦੀਆਂ ਜਾਇਜ਼ ਨੇ। ਉਹ ਤੇ ਠੀਕ ਨੇ ਨਾ, ਮਤਲਬ ਕਿ ਇੱਥੇ ਤੇ ਬੇਸ਼ੁਮਾਰ ਕੰਮ ਹੈ ਨਾ। ਅਸੀਂ ਤੇ ਹੋਰ ਹਿਸਾਬ ਨਾਲ ਚੱਲਣਾ ਨਾ। ਅੱਛਾ ਜੀ, ਠੀਕ ਹੈ। ਤੇ ਜਿਹੜਾ ਪਾਕਿਸਤਾਨ ਟ੍ਰਿਪ ਹੁੰਦਾ ਤੁਹਾਡਾ ਜੀ, ਐਸੇ ਕੰਮ ਨਹੀਂ ਹੁੰਦੇ? ਜੀ ਬਿਲਕੁਲ। ਜਦੋਂ ਆਉਂਦੇ ਮੈਂ ਦੱਸਿਆ ਨਹੀਂ ਕਿ ਮੈਂ ਸੰਡਾ, ਮੈਂ ਇਹਨਾਂ ਦੀਆਂ ਮੱਝਾਂ ਨਵੀਆਂ ਕਰਨ ਆਉਣਾ। ਅੱਛਾ, ਜਿੰਨੀਆਂ ਹੋ ਸਕਣ। ਅੱਛਾ, ਖਾਨ ਦੇ ਬਾਰੇ 'ਚ ਦੱਸੋ। ਖਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਹੁਣ ਸੁਣਿਆ ਆਜ਼ਮ ਸਵਾਤੀ ਸਾਹਿਬ ਨੇ ਕਿਹਾ ਕਿ ਖਾਨ ਸਾਹਿਬ ਲੇਟ ਗਏ ਨੇ। ਵੈਸੇ ਇਹ ਜਦੋਂ ਵੀ ਲੇਟਿਆ ਉਲਟਾ ਲੇਟਿਆ। ਮੁਰਾਦ ਸਈਦ ਅੱਛਾ ਲੇਟਿਆ, ਪਹਿਲੇ ਦਿਨ ਤੋਂ ਲੇਟਿਆ। ਅਸੀਂ ਅੱਜ ਵੀ ਕਹਿੰਦੇ ਹਾਂ ਮਾफ़ੀ ਮੰਗ ਲੈ, ਵੀਡੀਓ ਬਣਾ, ਆਪਣੇ ਗੰਦੇ ਕਰਤੂਤਾਂ ਦੀ ਮਾफ़ੀ ਮੰਗ, ਔਰ ਉਸ ਤੋਂ ਬਾਅਦ ਸਜ਼ਾ ਭੁਗਤਣ ਤੋਂ ਬਾਅਦ ਛੱਡ ਦੇਣਾ, ਮੁਲਕ ਚਲਾ ਜਾ, ਤੇ ਤੇਰਾ ਹਰ ਸ਼ੈ ਮੁਲਕ ਦੀ ਜਿਹੜੀ ਆਇਡੈਂਟਿਟੀ ਉਹ ਕੈਂਸਲ, ਤੇ ਇੱਧਰ ਦੁਬਾਰਾ ਮੂੰਹ ਨਹੀਂ ਕਰਨਾ। ਇਹ ਕਰ ਲੈ ਤੇ ਸੋਚਦੇ ਨਹੀਂ ਤੇ ਜੱਦੇ ਜਾਣਗੇ ਕਿ ਜੱਦੇ ਜਾਣਗੇ, ਇਹ ਕਿਧਰੇ ਵੀ ਨਹੀਂ ਜਾਏਗਾ। ਅੱਛਾ। ਹਾਂ, ਇੱਧਰ ਹੀ ਇਹਨੇ ਜਿੱਥੇ ਵੀ ਜਾਣਾ ਹੈ ਉੱਥੇ ਹੀ ਜਾਣਾ ਹੈ। ਇਹਨੇ ਜਾਣਾ ਹੈ ਮਾਲਦੀਵ, ਓਕੇ, ਤੇ ਜਾਂ ਬਰਤਾਨੀਆ। ਅੱਛਾ, ਇਹਨੂੰ ਜੱਦਾ ਭੇਜਣ ਦੀ? ਨਹੀਂ, ਜੱਦੇ ਦਾ ਕੰਮ ਕੀ ਹੈ ਉੱਥੇ? ਤੇ ਜਿਹੜਾ ਜਾ ਉਹਨੂੰ ਕੋਈ ਨਮਾਜ਼ ਰੋਜ਼ਾ ਕੋਈ ਪਤਾ ਹੋਣਾ ਚਾਹੀਦਾ। ਨਹੀਂ, ਉਹ ਫੇਰ ਵੀ ਇਹਨੇ ਉੱਥੇ ਜਾ ਕੇ ਅਰਬੀਆਂ ਨੂੰ ਨਸ਼ੇ ਤੇ ਲਾ ਛੱਡਣਾ। ਫਿਰ ਕੀ ਕਰਾਂਗੇ? ਅੱਛਾ, ਮੈਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ। ਇਸ ਤੋਂ ਫੌਰਨ ਬਾਅਦ ਮੈਂ ਤੁਹਾਡੇ ਕੋਲ ਖਾਨ ਸਾਹਿਬ ਦੇ ਨਸ਼ੇ ਦੇ ਬਾਰੇ 'ਚ ਪੁੱਛਾਂਗਾ ਕਿ ਤੁਹਾਡੀ ਡਿਟੇਲ 'ਚ ਇਹਦੇ ਰਿਸਰਚ ਕੀਤੀ ਹੈ ਤੁਸੀਂ। ਅੱਛਾ ਮਿੱਠਾ ਜੀ, ਤੁਹਾਡੀ ਰਿਸਰਚ ਦੇ ਬਾਰੇ 'ਚ ਤੇ ਦੁਨੀਆ ਹੁਣ ਤੁਹਾਡੀ ਤਾਰੀਫ ਕਰਦੀ ਹੈ ਕਿ ਤੁਸੀਂ ਖਬਰ ਲੈ ਕੇ ਤੋਂ ਸਭ ਤੋਂ ਪਹਿਲੇ ਹਫਤਾ 10 ਦਿਨ ਬਾਅਦ ਉਹ ਮਾਰਕੀਟ 'ਚ ਆ ਜਾਂਦੀ ਹੈ। ਤੁਸੀਂ ਬਹੁਤ ਜ਼ਿਆਦਾ ਰਿਸਰਚ ਕੀਤੀ ਖਾਨ ਸਾਹਿਬ ਦੇ ਨਸ਼ੇ ਦੇ ਉੱਤੇ ਜੀ। ਇੰਨਾ ਕਨਫਰਮੇਸ਼ਨ ਦੇ ਨਾਲ ਤੁਸੀਂ ਕਹਿ ਰਹੇ ਹੋ ਖਾਨ ਸਾਹਿਬ ਨਸ਼ਾ ਕਰਦੇ ਨੇ, ਤੇ ਜੇਲ੍ਹ ਦੇ ਵਿੱਚ ਹਾਲੇ ਉਹ ਹੈਗੇ ਨੇ 615 ਦਿਨ ਹੋ ਗਏ ਉਹਨਾਂ ਨੂੰ, ਤੇ ਨਸ਼ੇ ਦੇ ਬਗੈਰ ਕਿਸ ਤਰ੍ਹਾਂ ਸਰਵਾਈਵ ਕੀਤਾ? ਜੀ ਦੇਖੋ, ਮੁਰਸ਼ਦ 12 ਤੋਂ 15 ਨਸ਼ੇ ਕਰਦੇ ਸੀ। 12 ਤੋਂ 15 ਚੀਜ਼ਾਂ ਜਿੰਨੀ ਗੰਦੀ ਜੋ ਗੰਦਮੰਦ ਆਇਆ ਇੱਥੇ ਨਸ਼ੇ ਦਾ, ਪਤਾ ਨਹੀਂ ਕਿਹੜੀ ਗੋਲੀ ਤੇ ਕੀ ਆਇਆ ਇੱਥੇ, ਕੀ ਪਤਾ। ਅੱਛਾ। ਜਿਹੜੀ ਵੀ ਸ਼ਾਇਦ ਹੈ ਹੀ ਹੈ ਨਾ, ਉਹ ਕਰਦੇ ਸੀ। ਓਕੇ। ਤੇ ਜ਼ਹਿਰੀ ਗੱਲ ਇਹ, ਜੇਲ੍ਹ ਦੇ ਵਿੱਚ ਜਦੋਂ ਉਹ ਆਏ ਨੇ, ਪਹਿਲੇ ਅਟਕ ਗਏ ਨੇ, ਅਟਕ ਵਾਲੇ ਕਿਲੇ 'ਚ
ਜੇਲ੍ਹ 'ਚ। ਓਕੇ। ਉੱਥੇ ਉਹਨਾਂ ਨੂੰ ਉਹ ਜਿਹੜੀਆਂ ਸਿਰਪ ਵਾਲੀਆਂ ਸ਼ੀਸ਼ੀਆਂ ਨੇ ਉਹਨਾਂ 'ਤੇ ਲਾਇਆ ਛਡਾਉਣ ਵਾਸਤੇ ਨਸ਼ਾ। ਮੈਥਾਡੋਨ ਮੈਂ ਨਾਮ ਨਹੀਂ ਲਿਆ, ਮੈਂ ਆਖਿਆ ਕੀ ਕਹਿਣਾ, ਉਹਦੇ 'ਤੇ ਲਾਇਆ। ਉਹ ਅਗਰ ਹਫ਼ਤੇ ਦੀ ਖੁਰਾਕ ਉੱਥੇ ਆਉਂਦੀ ਸੀ ਅਤੇ ਉਹ ਇੱਕ ਦਿਨ 'ਚ ਪੀ ਜਾਂਦਾ ਸੀ। ਓਕੇ। ਉਹ ਉਲਟਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ, ਮੈਦਾ ਜ਼ਿਆਦਾ ਖਰਾਬ ਹੋ ਗਿਆ ਇੱਕ ਵਾਰੀ। ਹਾਂਜੀ ਹਾਂਜੀ। ਕਿਉਂਕਿ ਉਹ ਮਿਕਦਾਰ ਹੀ ਇੰਨੀ ਤੁਸੀਂ ਉਹ ਸਿਰਪ ਦੀ ਪੀਣੀ ਸ਼ੁਰੂ ਕਰ ਦਿੱਤੀ ਹੈ, ਬਵਾਸੀਰ ਵੀ ਹੋ ਗਈ ਸੀ ਇਹਨਾਂ ਨੂੰ, ਮੈਦਾ ਵੀ ਖਰਾਬ ਹੋ ਗਿਆ, ਫਿਰ ਛੱਲੇ 'ਤੇ ਵੀ ਦਾਣੇ ਆ ਗਏ, ਬਵਾਸੀਰ ਵਗੈਰਾ ਵੀ ਹੋ ਗਈ, ਕਿਉਂਕਿ ਉਹਨੇ ਤੇ ਟਕਾ ਟਕ ਤੇ ਉੱਗ ਜਾਂਦਾ ਹੀ ਪਿਆ। ਅੱਛਾ, ਮੈਥਾਡੋਨ ਇਹਨੇ ਪੀਣਾ ਸ਼ੁਰੂ ਕਰ ਦਿੱਤਾ। ਹਾਂ, ਠੀਕ ਹੈ। ਉਹ ਹਫ਼ਤੇ ਦੀ ਖੁਰਾਕ ਇੱਕ ਦਿਨ 'ਚ ਪੀ ਲਈ। ਉਹਨਾਂ ਕਿਹਾ ਵੀ ਇਹ ਨਹੀਂ ਠੀਕ, ਇਹਨੂੰ ਪੁੜੀਆਂ ਦਿਓ। ਅੱਛਾ, ਠੀਕ ਹੈ। ਜ਼ਾਰੀ ਗੱਲ ਹੈ, ਜ਼ਿੰਦਾ ਰੱਖਣਾ ਔਰ ਉਦੋਂ ਕੋਈ ਵੀ ਚੀਜ਼ ਉਹਨੂੰ ਤੁਸੀਂ ਆਸਤਾ ਟੇਪ ਡਾਊਨ ਕਰਾਉਂਦੇ ਹੋ। ਅਤੇ ਹਾਂ, ਅਤੇ ਹੁਣ ਇਹੀ ਦੱਸਦੇ ਨੇ ਸਾਰੇ ਕਿ ਕੋਈ ਇੱਕ ਦੋ ਪੁੜੀ 'ਤੇ ਰੱਖੇ ਆ ਅਤੇ ਜ਼ਿੰਦਾ ਰਵੇ। ਅੱਛਾ, ਇਹਨਾਂ ਨੂੰ ਅੰਦਰ ਹਕੂਮਤ ਦੇ ਰਹੀ ਹੈ? ਯਾਰ ਹਕੂਮਤ ਨਹੀਂ, ਫਿਰ ਲੱਭਣ ਵਾਲੇ ਲੱਭ ਹੀ ਲੈਂਦੇ ਨੇ। ਅੱਛਾ, ਕਹਿੰਦੇ ਜੇਲ੍ਹ ਦੇ ਵਿੱਚ ਸਭ ਕੁਛ ਲੱਭਦਾ, ਮਤਲਬ ਜੇਲ੍ਹ ਦੇ ਵਿੱਚ ਸਾਰਾ ਕੁਛ ਹੀ ਲੱਭ ਜਾਂਦਾ ਨਾ। ਵੇਖੋ, ਜਿਹਨੂੰ ਚਾਹੀਦੀ ਉਹਨੂੰ ਲੱਭ ਹੀ ਜਾਂਦੀ ਹੈ। ਅਤੇ ਉਹਨਾਂ ਦਾ ਮਸਲਾ ਹੈ ਕਿ ਉਹ ਇੱਕ ਫਿਤਨੇ ਦੇ ਇਮਾਮ ਨੇ ਅਤੇ ਉਹਨਾਂ ਦਾ ਜ਼ਿੰਦਾ ਰਹਿਣਾ ਵੀ ਜ਼ਰੂਰੀ ਹੈ। ਠੀਕ ਹੈ। ਅਤੇ ਮੈਂ ਸਮਝਣਾ ਵੀ ਅਗਰ ਉਹਨੂੰ ਇੱਕ ਦੋ ਪੁੜੀ 'ਤੇ ਰੱਖਿਆ ਜ਼ਿੰਦਾ ਹੈ ਤਾਂ ਬਿਹਤਰੀਨ ਹੈ। ਚੰਗਾ, ਫਿਰ ਤੇ ਚੰਗਾ ਹੈਗਾ। ਤੇ ਉਮਤ ਮੁਸਲਿਮ ਦਾ ਹੀ ਲੀਡਰ ਹੈਗਾ ਨਾ। ਇਹ ਹੁਣ ਪਤਾ ਨਹੀਂ ਜੀ ਕਿਹੜੀ ਉਮਤ ਮੁਸਲਿਮ ਹੈ। 55 ਮੁਸਲਮਾਨ ਮੁਲਕ ਨੇ ਦੁਨੀਆ 'ਤੇ। ਠੀਕ ਹੈ। ਔਰ ਅਸੀਂ ਅੱਜ ਤੱਕ ਨਹੀਂ ਸੁਣਿਆ ਕਿ ਕਿਸੇ ਵੀ ਇੱਕ ਮੁਸਲਿਮ ਮਮਾਲਕ ਦੇ ਕਿਸੇ ਲੀਡਰ ਨੇ ਚਿੱਠੀ ਲਿਖੀ ਹੋਵੇ, ਖਤ ਲਿਖਿਆ ਹੋਵੇ, ਫੋਨ ਕੀਤਾ ਹੋਵੇ, ਮੈਸੇਜ ਕੀਤਾ ਹੋਵੇ ਕਿ ਇਹ ਉਮਤ ਮੁਸਲਿਮਾਂ ਦਾ ਲੀਡਰ ਹੈ, ਲਿਹਾਜ਼ਾ ਇਹਨੂੰ ਰਿਹਾ ਕੀਤਾ ਜਾਏ। ਅੱਜ ਤੱਕ ਵੇਖਿਆ ਕਦੀ? ਕਿਸੇ ਦਾ ਨਹੀਂ ਆਇਆ। ਕਿਸੇ ਵੀ ਕਦੀ 55 ਜੋ ਮੁਲਕ ਨੇ, ਕਿਸੇ ਨੇ ਨਹੀਂ ਕਿਹਾ। ਉਹ ਬਲਕਿ ਆਂਦੇ ਨੇ ਵੀ ਇਹਨੂੰ ਹੋਰ ਖਿੱਚੋ। ਹਾਂਜੀ, ਬਲਕਿ ਇਹ ਤੋਹਮਤ ਹੈ ਸਾਡੇ। ਯਹੂਦੋਂ ਨੇ ਸਾਰਾ ਭਾਵੇਂ ਇਹਦਾ ਮੈਸੇਜ ਭੇਜ ਦੇਣ। ਇਹਨੂੰ ਕੌਣ ਬਚਾ ਰਿਹਾ? ਭਾਰਤ, ਅਮਰੀਕਾ ਦੇ ਬਾਰੇ ਦਾ ਖਿਆਲ ਸੀ, ਉਹਨਾਂ ਕਿਹਾ ਨਹੀਂ। ਇਸਰਾਈਲ, ਠੀਕ ਹੈ, ਅਫਗਾਨਿਸਤਾਨ। ਇਹ ਇੱਕ ਗੱਲ, ਮੈਂ ਇਹ ਗੱਲ ਹਕੀਕਤਨ ਬਹੁਤ ਲੌਜੀਕਲ ਗੱਲ ਤੁਸੀਂ ਕੀਤੀ ਹੈ ਕਿ ਇੰਝ ਹੀ ਚੱਲ ਰਿਹਾ ਸਾਰੇ ਦੇ ਨਾਲ। ਅੱਛਾ, ਇਹ ਖਾਨ ਸਾਹਿਬ ਦਾ ਜਿਹੜਾ ਸਾਰਾ ਵੀ ਪੈਰਾਡਾਈਮ ਹੋਇਆ, ਇਹਨਾਂ ਨੇ ਇੱਕ ਕੌਮ ਬਣਾ ਦਿੱਤੀ, ਜਿਸ ਕੌਮ ਨੇ ਫਿਰ ਆ ਕੇ ਗਾਲਮ ਗਲੋਚ ਦਾ ਕਲਚਰ ਇੰਟਰੋਡਿਊਸ ਕੀਤਾ। ਇਹ ਤੁਹਾਡੀ ਸਟ੍ਰੈਟਜੀ ਸੀ, ਲਾਊਡ ਗੱਲ ਕਰਨਾ ਇਹਨਾਂ ਦੇ ਨਾਲ, ਜਿਸ ਜ਼ੁਬਾਨ 'ਚ ਗੱਲ ਕਰ ਰਹੇ ਸਨ ਫਿਰ ਉਹਨਾਂ ਨੂੰ ਉਸ ਜ਼ੁਬਾਨ 'ਚ ਜਵਾਬ ਦੇਣਾ, ਇਹ ਸਟ੍ਰੈਟਜੀ ਦਾ ਪਾਰਟ ਸੀ? ਜੀ ਦੇਖੋ, ਮੈਂ ਇਹਨਾਂ ਦੀ ਦੁੱਖ ਦੀ ਰਗ ਫੜੀ, ਕਿਉਂਕਿ ਇਹ ਬਦਕਾਰੀ ਦੀਆਂ ਯੂਨੀਵਰਸਿਟੀਆਂ ਨੇ। ਮੈਂ ਇਹਨਾਂ ਨੂੰ ਉੱਥੋਂ ਪਿਆ। ਠੀਕ ਹੈ। ਕਿ ਇੱਕ ਬਦਕਾਰ ਸ਼ਖਸ ਕਿਸ ਤਰ੍ਹਾਂ ਇਸਲਾਮ ਦੀ ਗੱਲ ਕਰ ਸਕਦਾ ਹੈ, ਮੁਆਸ਼ਰੇ ਦੀ ਬਿਹਤਰੀ ਦੀ ਗੱਲ ਕਰ ਸਕਦਾ ਹੈ, ਇਸਲਾਮੀ ਰਿਆਸਤ ਦੀ ਗੱਲ ਕਰ ਸਕਦਾ ਹੈ, ਜਾਂ ਯੰਗ ਲੋਕਾਂ ਨੂੰ ਅੱਛੀ ਚੀਜ਼ ਦੇ ਸਕਦਾ ਹੈ। ਕਿ ਇੱਕ ਬੰਦੇ ਦਾ ਖੁਦ ਹੀ ਬੇੜਾ ਰੁੜਿਆ ਹੈ, ਉਹਨੇ ਅਗਲੇ ਦਾ ਵੀ ਤਾਂ ਰੋੜ ਨਹੀਂ ਹੈ, ਉਹੀ ਉਹਨੇ ਕੀਤਾ। ਠੀਕ ਹੈ। ਵੈਸੇ ਮੈਂ ਤੁਹਾਡੇ ਕੋਲੋਂ ਪੁੱਛਾਂ, ਜੇ ਹਕੀਕਤਨ ਇਮਰਾਨ ਖਾਨ ਤੁਹਾਡੇ ਕੋਲੋਂ ਮਾफ़ੀ ਮੰਗੇ ਤਾਂ ਕਿਹੜੀਆਂ ਸ਼ਰਤਾਂ 'ਤੇ ਇਮਰਾਨ ਖਾਨ ਨੂੰ ਮਾफ़ ਕਰੋਗੇ? ਸਰ, ਮੇਰੇ ਕੋਲ ਉਹਨੇ ਕੀ ਮਾफ़ੀ ਮੰਗਣੀ? ਜੇ ਮਿਸਾਲ ਦੇ ਤੌਰ 'ਤੇ ਮੰਗ ਲੇ, ਪੂਰੀ ਕੌਮ ਕੋਲ ਮਾफ़ੀ ਮੰਗੇ, ਕੀ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ? ਉਹਦੀਆਂ ਸ਼ਰਤਾਂ ਇਹੀ ਹੋਣੀਆਂ ਚਾਹੀਦੀਆਂ ਨੇ ਕਿ ਮੈਨੂੰ ਮਾफ़ ਕਰ ਦਿੱਤਾ ਜਾਏ। ਮੈਂ ਬਹਿ ਗਿਆ ਸੀ ਔਰ ਨਸ਼ੇ ਦੇ ਵਿੱਚ ਮੈਂ ਤੁਹਾਨੂੰ ਵੀ ਨਸ਼ੇ 'ਤੇ ਲਾ ਦਿੱਤਾ। ਓਕੇ। ਔਰ ਤੁਹਾਨੂੰ ਵੀ ਬਦਕਾਰੀ 'ਤੇ ਲਾ ਦਿੱਤਾ, ਤੁਹਾਨੂੰ ਵੀ ਬਦਤਮੀਜ਼ੀ 'ਤੇ ਲਾ ਦਿੱਤਾ, ਮੁਲਕ ਦੁਸ਼ਮਣੀ 'ਤੇ ਲਾ ਦਿੱਤਾ, ਆਪਣੀ ਫੌਜ ਦੇ ਖਿਲਾਫ ਕਰ ਦਿੱਤਾ, ਆਪਣੇ ਮੁਲਕ ਦੇ ਖਿਲਾਫ ਕਰ ਦਿੱਤਾ, ਆਪਣੇ ਮੁਲਕ ਦੇ ਵਜੂਦ ਦੇ ਖਿਲਾਫ ਕਰ ਦਿੱਤਾ। ਇਹ ਮਾफ़ੀ ਮੰਗ, ਮਾਫ਼ੀ ਕਰ ਦਿਓਗੇ ਮਾਫ਼ ਇਹਨੂੰ? ਦੇਖੋ, ਮੈਂ ਵੀ ਕਰ ਦਿਆਂਗਾ। ਲੇਕਿਨ ਜੋ ਇਹਨੇ ਪੈਸਾ ਖਾਦਾ ਹੈ, ਇਹਨੇ ਸਲਾਬ ਦੇ ਨਾਂ 'ਤੇ ਵੀ ਪੈਸੇ ਮੰਗੇ, ਉਹ ਵੀ ਖਾ ਗਏ ਇਹਨਾਂ ਨੇ। ਉਹ ਸਾਨੀਆ ਨਿਸ਼ਤਰ ਸਾਹਿਬਾਂ ਨੂੰ ਕਿਹਾ ਸੀ ਨਾ, ਇਹਨੇ 15 ਬਿਲੀਅਨ ਦੀ ਗੱਲ ਕੀਤੀ ਜੀ, ਹੋਏ ਫਿਰ ਪਲੈਜ ਕੀਤਾ ਜੀ 5 ਬਿਲੀਅਨ ਜਮ੍ਹਾਂ ਹੋ ਗਿਆ। ਸਾਨੀਆ ਨਿਸ਼ਤਰ ਦੀ ਜ਼ਿੰਮੇਵਾਰੀ ਲਈ, ਉਹ ਖਾ ਗਿਆ। ਪੈਸਾ ਕਿੱਧਰ ਗਿਆ? ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋਇਆ। ਨਹੀਂ, ਫਿਰ ਉਹ ਤੋਂ ਇਮਰਾਨ ਰਿਆਜ਼ ਵੀ ਪੈਸਾ ਖਾ ਗਿਆ ਆਪਣੀ, ਜੀ ਮੈਂ ਗਰੀਬੋਂ ਕੇ ਲਈ ਪੈਸੇ ਇਕੱਠਾ ਕਰ ਰਹਾ ਹੂੰ। ਉਹਨੂੰ ਵੀ ਸਜ਼ਾ ਮਿਲੇਗੀ। ਇਹਨਾਂ ਨੂੰ ਸਜ਼ਾ ਨਹੀਂ, ਤੇ ਇਹ ਮਾਫ਼ੀ ਕਿਸ ਤਰ੍ਹਾਂ? ਹੁਣ ਸਜ਼ਾ ਮਿਲਦੀ ਇਹਨਾਂ ਨੂੰ, ਮਿਲਦੀ ਨਹੀਂ। ਲੇਕਿਨ ਇਹ ਮਾਫ਼ੀ ਤਾਂ ਨਾ ਹੋਈ ਨਾ। ਫਿਰ ਮੈਂ ਤਾਂ ਨਹੀਂ ਮੰਨਦਾ। ਫਿਰ ਤੁਸੀਂ ਤਾਂ ਬੜੇ ਰਹਿਮ ਦਿਲ ਹੋਏ। ਮਾਫ਼ੀ ਤੋਂ ਬਾਅਦ ਮਾਫ਼ੀ ਆਪਣੀ ਥਾਂ 'ਤੇ। ਠੀਕ ਹੈ। ਜਿਹੜੇ ਜਰਾਇਮ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਸਜ਼ਾ ਮਿਲੇਗੀ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਬੜੀ ਖਤਰਨਾਕ ਗੱਲ ਹੈਗੀ, ਤੁਸੀਂ ਅੱਜ ਤੱਕ ਕਾਫੀ ਤਾਂ ਗੱਲ ਕੀਤੀ, ਜਾਦੂ ਜੀ ਬੁਸ਼ਰਾ ਬੀਬੀ ਦਾ। ਅਤੇ ਮੈਂ ਕਿਤੇ ਸੁਣਿਆ ਕਿ ਮੈਂ ਇੱਕ ਬੜੇ ਇਮਰਾਨ ਖਾਨ ਦੇ ਕਰੀਬੀ ਸਾਡੇ MNA ਹੈਗੇ ਨੇ, ਹੈਗੀ ਨੇ, ਬਲਕਿ ਫੀਮੇਲ ਹੈਗੀ ਨੇ, ਅਤੇ ਉਹ ਦੱਸ ਰਹੀ ਸਨ, ਮੈਨੂੰ ਉਹਨਾਂ ਦਾ ਨਾਂ ਨਹੀਂ ਲੈ ਸਕਦਾ, ਕਿ ਉਹਨਾਂ ਨੇ ਇਹ ਗੱਲ ਮੈਨੂੰ 2 ਸਾਲ ਪਹਿਲੇ ਦੱਸੀ ਜਦੋਂ ਅਫਸ਼ਾ ਲਤੀਫ ਦਾ ਕੇਸ ਚੱਲਿਆ। ਉਹ ਕਹਿੰਦੀ ਕਿ ਇਮਰਾਨ ਖਾਨ ਨੇ 25 ਬੱਚੇ ਚਲਾਤੇ ਜਾਦੂ ਟੋਨੇ ਦੇ ਵਿੱਚ ਬੁਸ਼ਰਾ ਬੀਬੀ ਨੇ ਵਜ਼ੀਰ ਆਜ਼ਮ ਬਣਨ ਲਈ, ਜਾਂ ਕੁਛ ਬਨੀ ਗਾਲਾ ਦੀ ਖੁਦਾਈ ਕਰਾਓ। ਉਹਨਾਂ ਨੇ ਉਸ ਤੋਂ ਪਹਿਲੇ ਮੈਨੂੰ ਦੱਸਿਆ ਕਿ ਸਾਡਾ ਬੁਸ਼ਰਾ ਬੀਬੀ ਨੇ
ਆਉਣਾ ਵਿਆਹ ਤੋਂ 6 ਮਹੀਨੇ ਪਹਿਲੇ ਬੰਦ ਕਰਤਾ। ਅਤੇ ਦੂਸਰੇ ਨੰਬਰ 'ਤੇ ਉਹਨੇ ਮੈਨੂੰ ਕਿਹਾ ਕਿ ਖਾਨ ਸਾਹਿਬ ਜਿਹੜੇ ਹੈਗੇ ਨੇ ਇਹ ਬੁਸ਼ਰਾ ਬੀਰੀ ਨਾਊਜ਼ੁਬਿਲਾ ਖਾਨ ਸਾਹਿਬ ਨੂੰ ਨਸ਼ਾ ਕਰਾ ਕੇ ਰਾਤੀ ਇਹਨਾਂ 'ਤੇ ਕੋਈ ਫਰਿਸ਼ਤੇ ਵੀ ਉਤਾਰ ਦਿੰਦੇ ਨੇ ਕਿ ਜੀ ਖਾਨ ਸਾਹਿਬ ਤੁਹਾਡੇ ਲਈ ਪੈਗਾਮ ਆਇਆ। ਫਿਰ ਖਾਨ ਸਾਹਿਬ ਉਹਦੇ 'ਤੇ ਗੱਲ ਕਰਦੇ ਨੇ, ਫਿਰ ਖਾਨ ਸਾਹਿਬ ਨੂੰ ਲੱਗਦਾ ਕਿ ਮੈਂ ਵਾਕਈ ਸੁਪਰੀਮ ਲੀਡਰ ਬਣ ਗਿਆ ਜਾਂ ਨਾਊਜ਼ੁਬਿਲਾ ਮੈਂ ਚੋਜ਼ਨ ਵਨ ਹੈਗਾ। ਇਹ ਫੀਲ ਉਹਨਾਂ ਨੂੰ ਆਈ। ਚਾਚੀ 'ਤੇ ਵੀ ਸਦਾਕਤ ਹੈਗੀ ਕੋਈ ਕਿ ਖਾਨ ਸਾਹਿਬ ਨੂੰ ਕਿਤੇ ਵਾਕਈ 'ਤੇ ਨਹੀਂ ਬੁਸ਼ਰਾ ਬੀਬੀ ਨੇ ਯਕੀਨ ਦਿਲਾਤਾ। ਹਾਲੇ ਇੱਕ ਹੋਰ ਗੱਲ ਹੈਗੀ ਬੜੀ ਖਤਰਨਾਕ, ਇੱਕ ਬੰਦੇ ਨੇ ਦੱਸਿਆ ਬੜਾ ਕਰੀਬੀ ਆਦਮੀ ਹੈਗਾ ਖਾਨ ਸਾਹਿਬ ਦਾ, ਅਤੇ ਉਹਨੇ ਇਹ ਗੱਲ ਅੱਜ ਮੈਂ ਤੁਹਾਡੇ ਨਾਲ ਰਿਟਨ ਕਰ ਰਿਹਾ, ਉਹਨੇ ਇਹ ਗੱਲ ਕਿਹਾ ਮੈਂ ਕਰਾਂਗਾ ਲੇਕਿਨ ਮੈਂ ਉਦੋਂ ਕਰਾਂਗਾ ਜਦੋਂ ਆਵਾਮ ਥੋੜ੍ਹੀ ਸਮਝਦਾਰ ਹੋ ਜਾਏਗੀ ਕਿ ਖਾਨ ਸਾਹਿਬ ਨੂੰ ਯਕੀਨ ਹੈ ਬੁਸ਼ਰਾ ਬੀਬੀ 1400 ਸਾਲ ਪੁਰਾਣੀ ਹੈ। ਦੇਖੋ ਪੀਰ ਨਹੀਂ ਸ਼ਿਰਕ ਕਰਦੀ, ਹਕੀਕਤ ਵੇਖਿਆ ਤੁਸੀਂ ਆਪਣੀ ਅੱਖੀ ਵੇਖਿਆ, ਹਕੀਕਤ ਕਰਦੀ ਹਕੀਕਤ ਜੀ ਹਕੀਕਤ। ਜਿਹੜਾ ਬੰਦਾ ਜਾਦੂ ਟੂਣਾ ਕਰਦਾ ਹੈ ਹਕੀਕਤ ਉਹਨੂੰ ਇਸਲਾਮ ਦੇ ਵਿੱਚ ਕੀ ਕਿਹਾ? ਸ਼ਿਰਕ ਵੀ ਸਭ ਤੋਂ ਕਮਜ਼ੋਰ ਤੇ ਸ਼ਿਰਕ ਕਰਨ ਵਾਲੇ ਦੇ ਬਾਰੇ ਇਸਲਾਮ ਵਿੱਚ ਕੀ ਹੈ? ਸੰਸਾਰ ਮੇਰੇ ਖਿਆਲ ਨਾਲ ਠੀਕ ਹੈ। ਤੇ ਜਦੋਂ ਉਹ ਔਰਤ ਬਿਲਕੁਲ ਸਿੱਧਾ ਨੰਗਾ ਸ਼ਿਰਕ ਕਰਦੀ ਹੈ ਔਰ ਅੱਗੋਂ ਉਹਦਾ ਉਹ ਬੰਦਾ ਜਿਹੜਾ ਉਹਦੇ ਕੋਲੋਂ ਵੀ ਕਰਵਾਉਂਦੀ ਹੈ, ਠੀਕ ਹੈ, ਇਵੇਂ ਗੱਲ ਹੈ ਨਾ? ਹਾਂਜੀ। ਇਹਦੇ 'ਚ ਕੋਈ ਦੂਜੀ ਰਾਇ ਤਾਂ ਕੋਈ ਨਹੀਂ ਨਾ? ਜੀ ਜੀ ਜੀ। ਕਿਉਂ ਜੀ ਯੂਥੀਓ, ਇਹਦੇ 'ਚ ਕੋਈ ਦੂਸਰੀ ਰਾਇ ਤਾਂ ਨਹੀਂ? ਨਜ਼ਦੀਕ ਆ ਜਾਓ ਜ਼ਰਾ, ਤੁਹਾਡੀ ਮਾਂ ਦੇ ਬਾਰੇ ਗੱਲਾਂ ਹੋ ਰਹੀਆਂ, ਨਜ਼ਦੀਕ ਆ ਕੇ ਸੁਣ ਲਓ। ਤੁਹਾਡੇ ਮਾਂ ਪਿਓ ਨੇ ਨਾ ਜਿਹੜੇ ਉਹਨਾਂ ਦੇ ਬਾਰੇ ਕਿੰਨੀਆਂ ਅੱਛੀਆਂ ਗੱਲਾਂ ਹੋ ਰਹੀਆਂ ਨੇ, ਸੁਣ ਲਓ। ਸ਼ਿਰਕ ਦੇ ਬਾਰੇ ਕੀ ਕਿਹਾ ਗਿਆ? ਬਿਲਕੁਲ ਜੀ, ਸਾਰਾ ਕੁਝ ਹੈ ਨਾ? ਜੀ ਜੀ। ਬਸ ਚੁੱਕ ਦਿਓ ਫੱਟਾ। ਹਾਂਜੀ, ਇਵੇਂ ਗੱਲ ਐਸੇ ਹੀ ਹੈ। ਇਹਨਾਂ ਨੂੰ ਵੀ ਪਤਾ ਇਹਨਾਂ ਨੂੰ ਹੈਗਾ, ਇਹਨਾਂ ਨੂੰ ਵੀ ਪਤਾ ਹੈ ਕਿ ਇਹ ਦੋਵੇਂ ਸ਼ਿਰਕ ਕਰਦੇ ਨੇ, ਠੀਕ ਹੈ, ਸਬੂਤ ਮੌਜੂਦ ਨੇ। ਠੀਕ ਹੈ। ਜਾਦੂ ਕੀ ਹੈ? ਅੱਲਾਹ ਦੇ ਖਿਲਾਫ ਚੱਲਣਾ। ਨਾਊਜ਼ੁਬਿਲਾ ਜੀ, ਇਵੇਂ ਗੱਲ ਹੈ ਨਾ? ਐਸੇ ਹੀ ਹੈ ਜੀ, ਨਾਊਜ਼ੁਬਿਲਾ। ਇਹ ਕੋਈ ਮੌਲਵੀ ਨਹੀਂ ਦੱਸੇਗਾ, ਇਹ ਤਾਰਕ ਜਿੰਮੀ ਨਹੀਂ ਦੱਸੇਗਾ ਜੀ, ਬਿਲਕੁਲ ਠੀਕ। ਜਿੰਮੀ ਡਾਂਸਰ ਨਹੀਂ ਦੱਸੇਗਾ ਕਿ ਉਹ ਸ਼ਿਰਕ ਕਰਦੀ ਹੈ, ਕਿਉਂਕਿ ਇਹ ਬਿਜ਼ਨਸ ਪਾਰਟਨਰ ਨੇ। ਤਾਰਕ ਜਮੀਲ, ਜਿੰਮੀ ਡਾਂਸਰ ਔਰ ਇਹ ਬਿਜ਼ਨਸ ਪਾਰਟਨਰ ਨੇ, ਪ੍ਰਾਪਰਟੀ ਦੇ ਕਈ ਪ੍ਰੋਜੈਕਟ 'ਚ ਇਹ ਬਿਜ਼ਨਸ ਪਾਰਟਨਰ ਨੇ। ਗੋਗੀ ਕੀ ਹੈ? ਗੋਗੀ ਤੇ ਜਿੰਮੀ ਕੀ ਨੇ? ਬਿਜ਼ਨਸ ਪਾਰਟਨਰ ਨੇ। ਅੱਛਾ ਜੀ, ਬਹੁਤ ਸਾਰੀਆਂ ਚੀਜ਼ਾਂ 'ਚ। ਅੱਛਾ ਅੱਛਾ, ਹਾਂਜੀ ਹਾਂਜੀ। ਤਦੀ ਉਹ ਕਹਿੰਦੇ ਸਨ ਕਿ ਅੱਲਾ ਨੇ ਉਹ ਨਹੀਂ ਸੀ ਕਹਿੰਦਾ ਗੋਗੀ ਨੇਕ ਹੈ, ਹਾਂਜੀ, ਪੀਰਨੀ ਵੀ ਨੇਕ ਹੈ ਤੇ ਨਿਆਜ਼ੀ ਵੀ ਨੇਕ ਹੈ। ਉਹਨਾਂ ਨੇ ਤਾਂ ਕਿ ਅੱਲਾ ਦਾ ਸ਼ੁਕਰ ਅਦਾ ਕਰੋ। ਬਾਕੀ 26 ਕਰੋੜ ਜਿਹੜਾ ਉਹ ਨਹੀਂ ਨੇਕ, ਇਹ 3 ਨੇਕ ਨੇ। ਕਦੀ ਹੁਣ ਫਿਰ ਕਦੀ ਉਹਨੇ ਆ ਕੇ ਕਿਹਾ ਕਿ ਜੀ ਮੈਂ ਮਾਫੀ ਮੰਗਣਾ ਚਾਹੁੰਦਾ, ਇਹ 3 ਵੀ ਨੇਕ ਨਹੀਂ ਸੀ, ਇਹ 3 ਵੀ ਬਦਕਾਰ ਨੇ। ਕਦੀ ਕਿਹਾ ਉਹਨੇ ਆ ਕੇ? ਨਹੀਂ, ਕਦੀ ਨਹੀਂ ਕਿਹਾ। ਕਿਉਂ? ਮੈਂ ਵੈਸੇ ਬੜੀ ਤਾਰਕ ਜਮੀਲ ਸਾਹਿਬ ਦੀ ਬੜੀ 5000 ਦਾ ਨਾਲਾ ਵੇਚ ਰਹੇ ਸਨ ਜੀ, MTJ ਉਹਨਾਂ ਨੇ ਹਾਲੇ ਵੇਚਤਾ। ਹਾਂ, ਉਹ ਨਾਲਾ ਸਿਰਫ ਇਲਾਕੇ 'ਚ ਬੰਨੀਦਾ ਸੀ ਕੱਪੜੇ ਲਵਾ ਕੇ। ਅੱਛਾ, ਉਹ ਨਾਲਾ ਹੈ। ਅੱਛਾ, ਲੇਕਿਨ ਮਜ਼ੇਦਾਰ ਗੱਲ ਹੈਗੀ ਹੈ, ਅੱਲਾ ਮਾਫ ਕਰੇ, ਮੈਂ ਇਹ ਨਾਲਾ ਗੋਗੀ ਨੂੰ ਪਸੰਦ ਸੀ, ਇਹ ਉਹ ਨਾਲਾ ਹੈ। ਲੇਕਿਨ ਮੇਰਾ ਇੱਕ ਸਵਾਲ ਹੈਗਾ ਤੁਹਾਡੀ ਆਡੀਅנס ਕੋਲ। ਗੰਦਾ ਨਾਲਾ, ਬਲਕਿ ਗੰਦਾ ਨਾਲਾ, ਜਿਹੜੇ ਗੰਦੇ ਨਾਲੇ ਹੁੰਦੇ ਨੇ, ਜੀ ਗੰਦਾ ਨਾਲਾ ਉਹ ਵੇਚਦੇ ਸਨ। ਉਹ ਕਹਿੰਦੇ ਨੇ ਕਿ ਤਾਰਕ ਜਮੀਲ ਸਾਹਿਬ ਨੇ ਇੱਕ ਬੜਾ ਖਤਰਨਾਕ ਕੰਮ ਇਹ ਕੀਤਾ ਕਿ ਜਦੋਂ ਉਹਨਾਂ ਦੇ ਬੱਚੇ ਦੀ ਉਹ ਹੋ ਗਿਆ, ਉਹਨੇ ਖੁਦਕੁਸ਼ੀ ਕੀਤੀ। ਚਾਹ ਬੜੀ ਸਵਾਦੀ ਹੈ ਮੌਲਵੀ ਸਾਹਿਬ, ਚੰਗੀ ਆ ਗਈ ਚਾਹ, ਮਿੱਠਾ ਹੈਗਾ ਜੀ? ਹਾਂ, ਪੂਰਾ ਮਿੱਠਾ ਹੈ। ਉਹ ਕਹਿੰਦੇ ਨੇ ਕਿ ਜੀ ਜਦੋਂ ਉਹਨੇ ਖੁਦਕੁਸ਼ੀ ਕੀਤੀ ਤੇ ਖੁਦਕੁਸ਼ੀ ਹਰਾਮ ਹੈ, ਇਸਲਾਮ 'ਚ ਇਸ ਤਰ੍ਹਾਂ ਹੀ ਹੈ, ਮੁਕੰਮਲ ਤੌਰ 'ਤੇ ਹਰਾਮ। ਉਹਦਾ ਜਨਾਜ਼ਾ ਨਹੀਂ ਹੁੰਦਾ। ਤੇ ਤਾਰਕ ਜਮੀਲ ਸਾਹਿਬ ਨੇ ਕਿਹਾ ਕਿ ਮੈਨੂੰ ਇੱਕ ਬਜ਼ੁਰਗ ਦਾ ਫੋਨ ਆਇਆ, ਉਹ ਤੇ ਨਾਲ ਉਹਨੇ ਦੱਸਿਆ ਬਜ਼ੁਰਗ ਬੜੇ ਨੇਕ ਨੇ, ਉਹ ਦਿਨ ਦੇ ਵਿੱਚ 1 ਲੱਖ ਦਰੂਦ ਸ਼ਰੀਫ ਪੜ੍ਹਦੇ ਨੇ, ਜਿਵੇਂ ਇਹ ਨੇਕ ਹੈ। ਤੇ ਦਿਨ ਦੇ ਵਿੱਚ ਹੁੰਦੇ ਨੇ 84,000 ਸੈਕਿੰਡ, ਯਾਨੀ ਕਿ ਉਹ 1 ਸੈਕਿੰਡ ਦੇ ਵਿੱਚ ਕੋਈ 1.25 ਲੱਖ ਦਰੂਦ ਪੜ੍ਹ ਲੈਂਦੇ ਨੇ। ਤਾਰਕ ਜਮੀਲ ਲੋਕਾਂ ਨੂੰ ਕਹਿੰਦਾ ਹੈ ਵੀ ਤੁਹਾਨੂੰ ਉਤਾਂ ਜਾ ਕੇ ਹੁਰਾਂ ਮਿਲਦੀਆਂ, ਆਹ ਵੇਥੇ ਲਈ ਫਿਰਦਾ। ਅੱਛਾ, ਇਹ ਗੱਡੀਆਂ 10-10 ਕਰੋੜ ਦੀ ਗੱਡੀ ਹੋ ਰਹੀ ਹੈ ਨਾ, ਬੰਗਲੇ 49 ਅਰਬ ਰੁਪਇਆ ਕੈਸ਼, ਬਿਜ਼ਨਸ ਫੈਕਟਰੀਆਂ, ਇੱਕ ਅਕਾਊਂਟ 'ਤੇ 49 ਅਰਬ ਰੁਪਇਆ, ਬਿਜ਼ਨਸ ਫੈਕਟਰੀਆਂ, ਪੂਰੀ ਸ਼ਬਦ ਇਹ ਕੀ ਹੈ ਹੂਰ। ਤੇ ਜਿਹੜੇ ਦੇ ਮਰੀਜ਼ ਨੇ ਉਹਨਾਂ ਨੂੰ ਕਹਿੰਦਾ ਤੁਹਾਨੂੰ ਅਗਾਂ ਜਾ ਕੇ ਮਿਲਣੀਆਂ ਨੇ, ਤੁਸੀਂ ਸਾਰਾ ਮਾਲ ਮਿਲ ਦਿਓ। ਅੱਛਾ, ਆਪ ਇੱਥੇ ਰੱਖੀਆਂ ਹੋਰਾਂ, ਉਹਨਾਂ ਨੂੰ ਅਗਲੇ ਜਾਣ ਦਾ ਚਾਂਸਾ ਦਿੱਤਾ ਹੈ। ਇਹ ਬਹੁਤ ਹੀ ਸਾਇੰਟਿਫਿਕ। ਇਹ ਮੌਲਵੀ ਗੱਲਾਂ ਕਿਉਂ ਨਹੀਂ ਕਰਦੇ ਦਿੱਤੇ, ਮੁਆਸ਼ਰੇ ਨੂੰ ਕਿਉਂ ਨਹੀਂ ਦੱਸਦੇ? ਇਹ ਵੀ ਅਸੀਂ ਠੇਕਾ ਚੁੱਕੇ ਆ। ਗੱਲ ਮੈਂ ਐਗਰੀ ਕਰਨਾ ਹੈ, ਐਦਨ ਲੌਜੀਕਲ ਗੱਲ ਕਰੀਏ ਤੇ ਇਹ ਤਾਂ ਹੂਰ ਅਸਲ ਮਤਲਬ ਮਰੀਜ਼ ਨੂੰ ਕਹਿੰਦਾ ਮੈਨੂੰ ਸਾਰਾ ਕੁਝ ਦਿਓ, ਬੱਕਰੀ, ਭੇਡ, ਟੁੱਕਰ, ਲੈਲਣ, ਲੋਹਾ, ਜੋ ਕੁਝ ਵੀ ਹੈ ਮੈਨੂੰ ਦਿਓ, ਤੁਹਾਨੂੰ ਅਗਾਂ ਜਾ ਕੇ ਹੋਰ ਮਿਲੇਗੀ। ਬਈ ਉਹਨਾਂ ਨੂੰ ਇੱਥੇ ਕਿਉਂ ਨਹੀਂ ਮਿਲ ਸਕਦੀ? ਉਹਨਾਂ ਦਾ ਮਾਲ ਲੈ ਕੇ ਤੂੰ ਅਰਬਪਤੀ ਬਣ ਗਿਆ, ਕਿਆ ਤੂੰ ਕਦੀ ਉਹਨਾਂ ਨੂੰ ਕੁਝ ਦਿੱਤਾ? ਕਿਆ ਕਦੀ ਕਿਸੇ ਦੀ ਬੱਚੀ ਦੀ ਸ਼ਾਦੀ ਕੀਤੀ? ਕਿਆ ਕਦੀ ਕਿਸੇ ਨੂੰ ਪੁੱਛਿਆ ਜਾ ਕੇ? ਆਪਣੇ ਦੇ ਨਿਕਾਹ ਪੜ੍ਹਾਉਂਦੇ ਨੇ ਸਿਰਫ, ਮਤਲਬ ਨਿਕਾਹ ਵੀ ਅਮੀਰ ਬੰਦੇ ਦਾ। ਤੁਸੀਂ ਅੰਦਾਜ਼ਾ ਲਾ ਲਓ ਵੀ ਤਾਰਕ ਜਮੀਲ ਕੈਨੇਡਾ ਦੇ ਵਿੱਚ ਜਾ ਕੇ ਪ੍ਰਾਪਰਟੀਆਂ ਖਰੀਦੀਆਂ, ਅੱਲਾਹੁ ਅਕਬਰ, ਕਿਹਦੇ ਪੈਸੇ ਨਾਲ? ਕੀ ਸੋਰਸ ਆਫ ਇਨਕਮ ਹੈ? ਕੋਈ ਪੁੱਛਣ ਵਾਲਾ? ਇੱਥੇ ਕਿਆ ਉਹ ਟੈਕਸ ਦਿੰਦਾ ਆਪਣੇ ਪੈਸੇ 'ਤੇ? ਮੇਰਾ ਨਹੀਂ ਅੰਦਾਜ਼ਾ ਦਿੰਦਾ।
ਅਸੀਂ ਬਹਿਸੀਅਤ ਪਤਾ ਨਹੀਂ ਕੀ ਸਾਡੇ 'ਚ ਫਾਲਟ ਨੇ, ਇਹ ਕਿਸ ਠੀਕ ਕਰਨੇ ਨੇ, ਇਹ ਕਿ ਅਸੀਂ ਠੀਕ ਕਰਨੇ ਨੇ? ਅਸੀਂ ਇਹਨਾਂ ਲੋਕਾਂ ਨੂੰ ਬੇਨਕਾਬ ਕਰੀਦਾ, ਸਾਨੂੰ ਧਮਕੀਆਂ ਵੀ ਮਿਲਦੀਆਂ ਨੇ, ਸਾਰਾ ਕੁਝ ਵੀ ਹੁੰਦਾ, ਤਾਂ ਅਸੀਂ ਫਿਰ ਵੀ ਬਰਦਾਸ਼ਤ ਕਰ ਜਾਂਦੇ ਹਾਂ। ਹਕੀਕਤ ਗੱਲ, ਕਿਆ ਇਹ ਜਿਹੜੇ ਲੋਕ ਨੇ, ਮੌਲਵੀ ਜਿਹੜੇ ਨੇ, ਕਿਆ ਇਹਨਾਂ ਨੇ ਕਦੀ ਇਹ ਸੋਚਿਆ, ਕਦੀ ਆਪਣੇ ਗਿਰਬਾਨ ਝਾਂਕਿਆ ਕਿ ਅਸੀਂ ਕੀ ਪਾ ਕਰਨੇ ਆ? ਚਲੋ ਨਿਆਜ਼ੀ ਤੇ ਇੱਕ ਨਸਲ ਖਰਾਬ ਕੀਤੀ ਤੇ ਉਹ ਫੱਦਿਆ ਗਿਆ, ਇਹਨਾਂ ਨੇ ਪਤਾ ਨਹੀਂ ਕਿੰਨੀਆਂ ਨਸਲਾਂ ਖਰਾਬ ਕੀਤੀਆਂ ਨੇ। ਅੱਛਾ, ਮੈਂ ਇੱਕ ਸੱਚੀ ਗੱਲ ਦੱਸਾਂ, ਮੈਂ ਤੁਹਾਨੂੰ ਬਹੁਤ ਸੁਣਿਆ, ਅੱਜ ਮੈਂ ਪਹਿਲੀ ਵਾਰੀ ਤੁਹਾਨੂੰ ਇਮੋਸ਼ਨਲ ਵੇਖਿਆ ਇਸ ਗੱਲ ਦੇ ਉੱਤੇ, ਕਿਉਂਕਿ ਤੁਸੀਂ ਅੱਜ ਅਸਲ ਐਸਨ ਚੱਠਾ ਅੰਦਰੋਂ ਨਿਕਲਿਆ ਕਿ ਹਕੀਕਤ ਹੈਗੀ ਹੈ। ਤਾਂ ਕੋਈ ਵੀ ਲੌਜੀਕਲ ਬੰਦਾ, ਸੈਂਸੀਬਲ ਬੰਦਾ ਇਸ ਗੱਲ ਨੂੰ ਡਿਨਾਈ ਨਹੀਂ ਕਰ ਸਕਦਾ। ਜੀ ਵੇਖੋ ਨਾ, ਹੁਣ ਸ਼ਿਰਕ ਜਿਹੜਾ ਜਾਦੂ ਸ਼ਿਰਕ ਹੈ, ਅੱਲਾ ਦੇ ਅਹਿਕਾਮਾਤ ਦੇ ਅਗੇਂਸਟ ਉਹ ਮਾਈ ਚੱਲਦੀ ਆ, ਤੇ ਉਹ ਵੀ ਚੱਲਦਾ, ਨਾਊਜ਼ ਬਿਲਾ ਜੀ, ਨਾਊਜ਼ ਬਿਲਾ, ਤੇ ਉਹਦੇ ਤੁਸੀਂ ਫਾਲੋਅਰ ਵੇਖ ਲਓ। ਹਕੀਕਤ ਵਿੱਚ ਗੁੰਮਰਾਹ, ਉਹ ਕਹਿੰਦੇ ਨੇ ਸਾਡੀ ਉਹ ਰੈੱਡ ਲਾਈਨ ਹੈ, ਗੁੰਮਰਾਹ ਤਰੀਨ, ਉਹਦੀ ਰੈੱਡ ਲਾਈਨ ਦੇ ਚੱਕਰ 'ਚ ਆਪਣੀ ਰੈੱਡ ਲਾਈਨ ਜਿਹੜੀ ਉਹ ਪੜਵਾ ਲਈ, ਹੁਣ ਤੁੰਬੇ ਲਾਉਂਦੇ ਨੇ ਪਾ ਉੱਤੇ, ਜੇਲ੍ਹਾਂ 'ਚ ਪਏ ਹੋਏ ਨੇ, ਜ਼ਿੰਦਗੀਆਂ ਬਰਬਾਦ ਹੋ ਗਈਆਂ ਨੇ, ਹਾਲੇ ਹੋਣਗੀਆਂ, ਹਾਲੇ ਵੀ ਉਹਨਾਂ ਨੂੰ ਲੱਗਦਾ ਕੁਝ ਨਹੀਂ ਹੋ ਰਿਹਾ, ਕੁਝ ਵੀ ਨਹੀਂ ਹੋਇਆ। ਲੇਕਿਨ ਇੱਕ ਬੜੀ ਚੰਗੀ ਗੱਲ ਹੈਗੀ ਕਿ ਜਿਸ ਦਿਨ ਦਾ ਹਾਫਿਜ਼ ਆਸਿਮ ਮੁਨੀਰ ਸਾਹਿਬ ਨੇ ਅਫਗਾਨਿਸਤਾਨ ਨੂੰ ਪਟਾ ਪਾਇਆ ਜੀ, ਤੇ ਤੁਹਾਨੂੰ ਸੜਕ ਦੇ ਉੱਤੇ ਇੰਤਸ਼ਾਰ ਨਹੀਂ ਨਜ਼ਰ ਆ ਰਿਹਾ, ਨਹੀਂ ਆਣਾ ਵੀ ਦੀ ਰੋਡ ਦੀ ਜਿਹੜੀ ਪਾਵਰ ਸੀ ਖਤਮ ਹੋ ਗਈ, ਜਿਨ੍ਹਾਂ ਦਾ ਮੈਂ ਕਹਿੰਦਾ ਕਿ ਦੁਨੀਆ ਦੇ ਵਿੱਚ ਦੁਨੀਆ ਦਾ ਕੋਈ ਮੁਲਕ ਤੁਸੀਂ ਲੈ ਲਓ, ਕਿਸੇ ਇੱਕ ਮੁਲਕ ਦੇ ਵਿੱਚ ਵੀ ਕੋਈ ਸ਼ਖਸ ਆਪਣੀ ਫੌਜ ਦੇ ਖਿਲਾਫ ਨਹੀਂ ਲੜ ਸਕਦਾ, ਆਪਣੀ ਫੌਜ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰ ਸਕਦਾ। ਪਾਕਿਸਤਾਨ ਦੀ ਫੌਜ ਪਾਕਿਸਤਾਨ ਦੀ ਸਲਾਮਤੀ ਦੀ ਜ਼ਮਾਨਤ ਹੈ। ਹਕੀਕਤ ਹੈ ਜੀ, ਪਾਕਿਸਤਾਨ ਮੁਸਲਿਮ ਦੁਨੀਆ ਦਾ ਸਿਰ ਹੈ, ਪਾਕਿਸਤਾਨ ਐਟਮੀ ਤਾਕਤ ਹੈ, ਪਾਕਿਸਤਾਨ ਦੀ ਫੌਜ ਪੂਰੀ ਦੁਨੀਆ ਦੀ ਬਿਹਤਰੀਨ ਫੌਜ ਹੈ, ਨੰਬਰ 1। ਹਾਲੇ ਗੋਰੇ ਨੇ ਪੋਡਕਾਸਟ ਪਾਕਿਸਤਾਨ ਦੀਆਂ ਏਜੰਸੀਆਂ ਨੰਬਰ 1 ਏਜੰਸੀਆਂ ਨੇ, ਇਹ ਸਾਡੇ ਸਿਰ ਦਾ ਤਾਜ ਹੈ। ਬੇਸ਼ੱਕ ਸਾਡੇ ਬੱਚੇ ਨੇ, ਸਾਡੀਆਂ ਇਹਨਾਂ ਵਾਸਤੇ ਜਾਨਾਂ ਕੁਰਬਾਨ, ਅਸੀਂ ਇਹਨਾਂ ਨੂੰ ਸੱਦ ਅੱਖਾਂ ਤੇ ਬਿਠਾਉਂਦੇ ਹਾਂ, ਔਰ ਇਹ ਬੰਦੇ ਨੇ ਕਿਹਾ ਮੈਂ ਫੌਜ ਤੋੜ ਦੇਣੀ, ਹਮਲਾ ਕਰ ਦਿਓ ਆਪਣੀ ਗੰਦੀ ਨਸਲ ਨਾਲ ਲੈ ਕੇ। ਇਹਨਾਂ ਨੂੰ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਕੁਲਭੂਸ਼ਣ ਯਾਦਵ ਨੂੰ ਮਿਲਣੀ ਹੈ, ਉਸ ਤੋਂ ਥੱਲੇ ਨਹੀਂ ਹੋ ਸਕਦਾ, ਉਸ ਤੋਂ ਥੱਲੇ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਭਾਈ ਜਾਨ, ਦੁਨੀਆ ਦੇ ਵਿੱਚ ਕੋਈ ਸ਼ਖਸ ਵਿਖਾ ਦਿਓ ਮੈਨੂੰ ਕਿ ਜਿਹੜਾ ਇਸ ਹੱਦ ਤੱਕ ਚਲਾ ਜਾਏ ਕਿ ਆਪਣੇ ਮੁਲਕ ਦੇ ਖਿਲਾਫ ਸ਼ੁਰੂ ਹੋ ਜਾਏ। ਬਿਲਕੁਲ ਹਕੀਕਤ ਗੱਲ ਹੈ, ਮੈਂ ਨਹੀਂ ਤੁਸੀਂ ਲੱਭ ਸਕਦੇ। ਪੂਰੀ ਦੁਨੀਆ ਦੇ ਵਿੱਚ 270 ਮੁਲਕ ਹੋਣਗੇ, 250 ਮੁਲਕ ਹੋਣਗੇ, ਤੁਸੀਂ ਲੱਭ ਕੇ ਵਿਖਾਓ ਕੋਈ ਸ਼ਖਸ ਜਿਹੜਾ ਆਪਣੀ ਧਰਤੀ ਦੇ ਖਿਲਾਫ ਖੜਾ ਹੋ ਜਾਏ। ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇਹ ਉਹ ਗੰਦੀ ਨਸਲ ਹੈ। ਬਿਲਕੁਲ, ਲੇਕਿਨ ਇਹ ਹਕੀਕਤ ਗੱਲ ਮੈਂ ਦੱਸਾਂ ਕਿ ਇਹ ਅਸਲ ਐਸਨ ਚੱਠਾ ਮਿੱਠਾ ਜੀ ਹੈਗੇ ਨੇ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੱਲ ਬੋਲੀ ਹੈ ਮੇਰੇ ਦਿਲ 'ਚ ਲੱਗੀ ਹੈ। ਮੈਂ ਹਕੀਕਤ ਨਾਲ ਦੱਸਾਂ, ਤੁਸੀਂ ਥੋੜ੍ਹਾ ਜਿਹਾ ਮੋਟੀਵੇਸ਼ਨਲ ਕੰਟੈਂਟ ਕਰਿਆ ਕਰੋ, ਤੁਸੀਂ ਇਹਨਾਂ ਦੇ ਨਾਲ ਤੇ ਕਰਦੇ ਹੋ, ਲੇਕਿਨ ਆਵਾਮ ਨੂੰ ਸਮਝ ਆਏਗੀ। ਇਹ ਗੱਲ ਨਹੀਂ ਜੇ ਸਮਝ ਆਈ ਨਾ, ਤਾਂ ਫਿਰ ਇਹਨਾਂ ਨੂੰ ਸਮਝਾਉਣ ਦਾ ਵੀ ਕੋਈ ਫਾਇਦਾ ਨਹੀਂ। ਜੀ ਜੀ ਬਿਲਕੁਲ। ਅੱਛਾ, ਮੈਂ ਆਖਿਰ ਤੇ ਜਾਂਦੇ ਤੁਹਾਡਾ ਬਹੁਤ ਕੀਮਤੀ ਟਾਈਮ ਪਾਕਿਸਤਾਨ ਦੇ ਵਿੱਚ ਆਏ ਹੋ, ਹਲਕਾ ਜਿਹਾ ਲਵਾਂਗਾ, ਤੁਹਾਡੀ ਬਹੁਤ ਗਹਿਰੀ ਰਿਸਰਚ ਹੈਗੀ ਹੈ ਲਤੀਫ ਦੇ ਉੱਤੇ। ਹਾਂਜੀ, ਲਤੀਫ ਨੇ 3-4 ਦਫਾ ਉੱਤੋਂ ਫੜਿਆ, ਔਰ ਆਖਰੀ ਦਫਾ ਜਦੋਂ ਲਤੀਫ ਨੇ ਉੱਤੋਂ ਫੜਿਆ ਉਦੋਂ ਕੈਮਰੇ ਵੀ ਲੱਗੇ ਸੀ। ਓਕੇ। ਉਹਦੀ ਵਜ੍ਹਾ ਇਹ ਸੀ ਕਿ ਜ਼ਰੂਰੀ ਹੋ ਚੁੱਕੇ ਸੀ, ਔਰ ਸਾਈਆਂ ਨਾਲ ਝੂਠ ਬੋਲਿਆ ਜਾ ਰਿਹਾ ਸੀ ਕਿ ਅੰਦਰ ਤਾਲੀਮ ਦਿੱਤੀ ਜਾ ਰਹੀ ਹੈ। ਵੀਡੀਓ ਵੀ ਬਣੀ ਹੋਈ ਜੀ, ਅੰਦਰ ਤਾਲੀਮ ਦਿੱਤੀ ਜਾ ਰਹੀ ਹੈ। ਜ਼ਹਿਰੀ ਗੱਲ ਇਹ, ਸਾਈਂ ਫਿਰ ਕਹਿੰਦੇ ਨੇ ਅੱਛਾ ਕਿਹੜੀ ਤਾਲੀਮ ਹੈ, ਪਤਾ ਤੇ ਕਰੀਏ। ਓਕੇ। ਉਹਨਾਂ ਨੇ ਫਿਰ 1-2 ਚੀਜ਼ਾਂ ਲਾ ਦਿੱਤੀਆਂ ਜਿਹੜੀਆਂ ਮੋਬਾਈਲ 'ਤੇ ਤੁਸੀਂ ਬਹਿ ਕੇ ਵੇਖ ਨਹੀਂ ਲੈਂਦੇ, ਜਿੱਥੇ ਵੀ ਹੋਵੋ। ਅੱਛਾ, ਵੇਖ ਲੈਂਦੇ ਹੋ ਨਾ? ਠੀਕ ਹੈ ਨਾ? ਉਹ ਫਿਰ ਹੁੰਦਾ ਇੰਝ ਕਿ ਆਖਰੀ ਦਫਾ ਦੀ ਇਹ ਗੱਲ ਹੈ ਜਦੋਂ ਸਾਈਆਂ ਨੇ ਵੇਖਿਆ ਤੇ ਉਹਨਾਂ ਨੇ ਬਲੂਟੂਥ ਦੇ ਜ਼ਰੀਏ ਅੰਦਰ ਆਪਣਾ ਗੋਲੀ ਪਿੱਲਾ ਪਾਇਆ ਸੀ, ਜੁੜਿਆ ਸੀ ਖਾਨ ਸਾਹਿਬ। ਤੇ ਉਹਨੇ ਲਤੀਫ ਨੂੰ ਕਿਹਾ ਓਏ ਅੰਦਰ ਕੌਣ ਹੈ? ਉਹਨੇ ਕਿਹਾ ਜੀ ਅੰਦਰ ਉਹ ਤਾਲੀਮ ਦਿੱਤੀ ਜਾ ਰਹੀ ਹੈ ਰੂਹਾਨੀਆਤ ਦੀ। ਉਹਨੇ ਕਿਹਾ ਪੱਲੀ ਲੈ ਕੇ ਆ। ਪੱਲੀ ਸਮਝਦੇ ਹੋ? ਲੱਕੜੀ ਕਾ ਕੋਈ? ਨਹੀਂ, ਸੀਮੈਂਟ ਦੀਆਂ ਬੋਰੀਆਂ ਨਹੀਂ, ਆਪਣਾ ਖਾਦ ਦੀਆਂ ਬੋਰੀਆਂ ਨਹੀਂ ਹੁੰਦੀਆਂ? ਹਾਂਜੀ। ਉਹ ਬਹੁਤ ਸਟਰਾਂਗ ਹੁੰਦੀਆਂ। ਠੀਕ ਹੈ। 10-12 ਖਾਦ ਦੀਆਂ ਬੋਰੀਆਂ ਜੋੜ ਕੇ ਨਾ ਇੱਕ ਬਹੁਤ ਵੱਡੀ ਚਾਦਰ ਬਣਾਈ ਹੁੰਦੀ ਹੈ ਪੱਠਿਆਂ ਵਾਸਤੇ। ਓਕੇ, ਠੀਕ ਹੈ। ਉਹਨੇ ਕਿਹਾ ਪੱਲੀ ਫੜੋ, 4-5 ਮੁਲਾਜ਼ਮ ਇਕੱਠੇ ਹੋਵੋ। ਓਕੇ। ਔਰ ਇਹਨੂੰ ਇਹ ਜਿਹੜਾ ਇਹਨੇ ਗੇਮ ਸ਼ੁਰੂ ਕੀਤੀ ਹੈ ਨਾ, ਇਹਨੂੰ ਉੱਤੋਂ ਫੜੋ ਔਰ ਪੱਲੀ ਦੇ ਵਿੱਚ ਪਾ ਕੇ ਤੇ ਇਹਨੂੰ ਬਾਹਰ ਸੁੱਟੋ। ਕੱਪੜੇ ਨਹੀਂ ਪਾਉਣ ਦੇਣੇ ਮੋਰੇ ਨੂੰ, ਇਮਰਾਨ ਖਾਨ ਨੂੰ ਕੱਪੜੇ ਨਹੀਂ ਪਾਉਣ ਦੇਣੇ, ਇਹਨੂੰ ਪੱਲੀ ਤੇ ਪਾ ਕੇ ਸੁੱਟਣਾ ਬਾਹਰ।
ਉਹ ਫਿਰ ਮੁੰਡੇ ਪੈ ਗਿਆ, ਲਤੀਫ ਦੇ ਨਾਲ 4-5 ਮੁੰਡੇ ਪੈ ਗਏ। ਫਿਰ ਉਹਨਾਂ ਨੇ ਫੜ ਕੇ ਤੇ ਫਿਰ ਪੱਲੀ ਦੇ ਵਿੱਚ ਪਾਇਆ। ਅਰਸ਼ਾ ਉੱਥੇ ਰਹਿ ਗਈ, ਸਲਵਾਰ ਵੀ ਰਹਿ ਗਈ, ਕਮੀਜ਼ ਵੀ ਰਹਿ ਗਈ, ਜੁੱਤੀ ਵੀ ਰਹਿ ਗਈ, ਸਾਰਾ ਕੁਝ ਰਹਿ ਗਿਆ। ਉਹਨਾਂ ਨੇ ਕੁੱਟਿਆ, ਪਹਿਲੇ ਕੁੱਟਣ ਤੋਂ ਬਾਅਦ ਬਾਹਰ ਚਿੱਟੇ ਰੰਗ ਦੀ ਗੱਡੀ ਸੀ, ਉਹਦੇ ਜਾ ਕੇ ਡਿੱਗੀ ਦੇ ਵਿੱਚ ਜਾ ਕੇ ਸੁੱਟ ਦਿੱਤਾ। ਉਹਨਾਂ ਕਹਿੰਦਾ ਦੱਸ ਚੋ ਖਾਨ ਸਾਹਿਬ। ਫਿਰ ਹਾਂ, ਫਿਰ ਉਹ ਮੁਰਸ਼ਦ ਜਿਹੜਾ ਫਿਰ ਇੰਝ ਹੀ ਗਿਆ ਬਗੈਰ ਕੱਪੜਿਆਂ ਦੀ, ਪਤਾ ਨਹੀਂ ਕਿੰਨੀ ਦੇਰ ਤੱਕ ਗਿਆ। ਰਾਹ 'ਚ ਕਿਸੇ ਨੇ ਆਪਣੇ ਲਾ ਕੇ ਦਿੱਤੇ ਜਾਂ ਨਾ ਦਿੱਤੇ, ਇਸ ਗੱਲ ਦਾ ਸਾਡੇ ਕੋਲ ਸਬੂਤ ਕੋ ਨਹੀਂ। ਹਾਂ, ਇਹ ਕਨਫਰਮ ਗੱਲ ਇਹ ਤਲੀਮ ਉਹ ਲੈ ਰਹੇ ਸੀ। ਨਹੀਂ, ਲਤੀਫ ਕਲਾਸ ਸੀ। ਲਤੀਫ ਨੇ ਤੁਹਾਡੇ ਨਾਲ ਗੱਲ ਹੋਈ ਵੈਸੇ? ਜੀ ਜੀ, ਲਤੀਫ ਨੇ ਵੀ ਕੀਤੀ ਹੈ ਤੇ ਸਾਰਿਆਂ ਕੋਲੇ ਉਹ ਵੀਡੀਓ। ਅੱਛਾ, ਵੀਡੀਓ ਖਾਸ ਜ਼ਰਾਏ ਦੇ ਕੋਲ ਹੈ? ਸਰ ਦੇਖੋ ਕਿਹੜੀ ਸ਼ਾਇਦ ਦੀ ਵੀਡੀਓ ਨਹੀਂ। ਹਾਂ, ਰਿਲੀਜ਼ ਤੇ ਐਸੀ ਨਹੀਂ ਹੁੰਦੀ, ਇਹਨਾਂ ਨੇ ਮੰਨਣਾ ਨਹੀਂ, ਇਹਨਾਂ ਕਹਿਣਾ ਜੀ ਇਹ ਆਈ। ਦੇਖੋ ਇੱਕ ਘਰ ਦੇ ਵਿੱਚ ਚੋਰੀ ਹੋ ਰਹੀ ਸੀ, 2-3 ਵਾਰੀ ਹੋਈ, ਮਾਲਕ ਨੇ ਕਿਹਾ ਕੈਮਰੇ ਲਾ ਦਿਓ, ਚੌਥੀ ਵਾਰ ਉਹਨੇ ਫੜ ਲਿਆ ਚੋਰ। ਇੰਨੀ ਕੁ ਤਾਂ ਸਾਰੀ ਗੱਲ ਹਕੀਕਤ ਗੱਲ ਹੈ, ਬਿਲਕੁਲ ਠੀਕ। ਇਹਦੇ 'ਚ ਕਿਹੜੀ ਗੱਲ ਹੈ ਜੀ? ਇਹਦੇ 'ਚ ਕੋਈ ਛੁਪੀ ਗੱਲ ਹੀ ਕੋਈ ਨਹੀਂ। ਅੱਛਾ, ਤੇ ਫਿਰ ਇਹ ਵੀ ਹੈਗਾ, ਇਮਰਾਨ ਸ਼ਫਕਤ ਸਾਹਿਬ ਨੇ ਵੀ ਇੱਕ ਵੀਲੌਗ ਕੀਤਾ ਸੀ ਕਿ ਉਹ ਕਹਿੰਦੇ ਸਨ ਕਿ ਬੁਸ਼ਰਾ ਬੀਬੀ ਨਮਾਜ਼ ਨਹੀਂ, ਨਾਊਜ਼ ਬਿਲਾ, ਕਿ ਕੁਛ ਇਬਾਦਤ ਆਪਣੀ ਕਰ ਰਹੀ ਸਨ, ਅਤੇ ਲਤੀਫ ਨੇ ਜੋ ਵੇਖਿਆ ਉਹਨਾਂ ਨੂੰ ਕਮਰੇ ਦੇ ਵਿੱਚ, ਅਤੇ ਕਿਸੇ ਹੋਰ ਸਾਈਡ 'ਤੇ ਉਹਨਾਂ ਦਾ ਮੂੰਹ ਹੈਗਾ ਸੀ, ਅਤੇ ਉਹਨਾਂ ਨੇ ਤਾਂ ਬੜੀ ਔੜ ਜੀ ਵੀਡੀਓ ਕਿ ਗੈਰ ਮੁਨਾਸਿਬ ਕੱਪੜੇ ਵੀ ਸਨ। ਜੀ ਜੀ, ਦੇਖੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਬਦਕਾਰੀ ਦੀ ਦਰਸਗਾਹ ਹੈ, ਠੀਕ ਹੈ। ਔਰ ਮੈਂ ਪੀਰਨੀ ਨੂੰ 1988 ਤੋਂ ਜਾਣਨਾ। अच्छा, हाँ, 1988 से आप उसको वैसे जानते हैं? वैसे जानना, ਉਹਦੇ ਅੱਛੇ ਕੰਮਾਂ ਦੀ ਵਜ੍ਹਾ ਤੋਂ, ਠੀਕ ਹੈ ਨਾ। ਤੇ ਇਸ ਵਾਸਤੇ ਇਹ ਬਦਕਾਰੀ ਦੀ ਦਰਸਗਾਹ ਹੈ। नहीं, ये आप 1988 से ये कैसे आपकी मुलाकात? सर देखो, ਇਹਦੇ ਤੇ ਇੱਕ ਹੋਰ ਵੀ ਲਾਗੂ ਹੋ ਸਕਦਾ ਹੈ। ਇਹ ਲੰਮੀ ਦਾਸਤਾਨ। थोड़ा सा बता दें। मैं कह रहा ना कि 1988 86 उदों तो ये काम शुरू है, खिचू प्रोग्राम। तो आपका कैसे रब्ता था? हो सकता है मेरे किसी रिश्तेदार ने डोबल आया हो, दुआत च कलम पाई हो, मेरे किसी रिश्तेदार ने। फिर अच्छा, मेरे रिश्तेदार ने नहर च तारी जी की होए, उस तरह तुहानू फिर वगदी नहर दे विच कोई भी ना आ सकता ना। उन्हें भी कमीज ला के छाल मारी। मेरा आखिरी क्वेश्चन है ਤੁਹਾਡੇ ਨਾਲ, ਬੜਾ ਇੰਪੋਰਟੈਂਟ ਹੈਗਾ। ਰਾਤੀ ਡਿਸਕਸ ਹੋ ਰਿਹਾ ਸੀ ਫੋਨ ਤੇ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ ਲੇਕਿਨ ਮੈਂ ਕਰਦੇ ਹੋਏ ਨਾ ਡਰ ਰਿਹਾ ਸੀ, ਲੇਕਿਨ ਮੈਂ ਤੁਹਾਡਾ ਜਵਾਬ ਜਾਨਣਾ ਚਾਹ ਰਿਹਾ ਇਹਦੇ ਤੇ ਜੀ ਕਿ ਖਾਨ ਸਾਹਿਬ ਤੇ ਬੁਸ਼ਰਾ ਬੀਬੀ ਦੀ ਸ਼ਾਦੀ ਨੂੰ ਕਿੰਨੇ ਸਾਲ ਹੋ ਗਏ? ਹੋ ਗਏ ਨੇ ਸਾਲ ਉਹਨਾਂ ਨੂੰ, ਮੇਰੇ ਖਿਆਲ ਨਾਲ 18 ਮੇਰੇ ਖਿਆਲ ਨਾਲ ਹੋ ਗਏ ਨੇ, ਕੋਈ 7-8 ਕੁ ਸਾਲ ਤੇ ਹੋ ਗਏ। ਤੇ ਕਾਸਿਮ ਤੇ ਸੁਲੇਮਾਨ ਦਾ ਕੋਈ ਭਰਾ ਭੈਣ ਨਹੀਂ ਹਾਲੇ ਤੱਕ ਆਇਆ? ਸਰ ਦੇਖੋ, ਪਤਾ ਨਹੀਂ ਕਿੰਨੇ ਆਏ ਤੇ ਕਿੰਨੇ ਗਿਆ। ਠੀਕ ਹੈ ਨਾ। ਰੌਲਾ ਹੀ ਹੈ, ਆਂਦਾ ਹੋਏਗਾ ਚਲਾ ਜਾਂਦਾ ਹੋਏਗਾ। ਮਤਲਬ ਕੁਛ ਚੀਜ਼ਾਂ ਠਹਿਰ ਜਾਂਦੀਆਂ, ਕੁਛ ਨਹੀਂ ਠਹਿਰਦੀਆਂ, ਕੁਛ ਕਢਾ ਦਿੱਤੀਆਂ ਜਾਂਦੀਆਂ, ਔਰ ਉਸ ਤੋਂ ਬਾਅਦ ਲੰਮੀ ਦਾਸਤਾਨ ਹੈ। ਕੋਈ ਨਾ ਕੋਈ ਤੇ ਰਗੜਾ ਫੇਰਦੀ ਰਿਹਾ ਨਾ ਵਿੱਚ ਵੀ। ਬਿਲਕੁਲ ਠੀਕ ਹੈ। ਅੱਛਾ, ਮੈਂ ਜਾਂਦੇ ਹੋਏ ਫਿਰ ਤੁਹਾਨੂੰ ਇੱਕ ਆਖਰੀ ਗੱਲ ਇਨਫੋਰਮੇਸ਼ਨ ਤੁਹਾਨੂੰ ਕਹਾਂਗਾ, ਤੁਸੀਂ ਇਹ 'ਤੇ ਜ਼ਰੂਰ ਸਟ੍ਰੈਸ ਦਿਓ। ਮੈਨੂੰ ਲੱਗਦਾ ਨਾ ਖਾਨ ਸਾਹਿਬ ਇਨੋਸੈਂਟ ਹੈਗੇ ਨੇ, ਮੈਨੂੰ ਲੱਗਦਾ, ਮੇਰਾ ਆਪਣਾ ਦਿਨ ਕਹਿੰਦਾ। ਦੇਖੋ, ਮਾਸੂਮ ਨੇ। ਕੋਈ ਬੰਦਾ ਕਿਸੇ ਜਾਲ ਦੇ ਵਿੱਚ ਫਸ ਜਾਂਦਾ ਨਾ, ਤੇ ਮੈਨੂੰ ਲੱਗਦਾ ਖਾਨ ਸਾਹਿਬ ਇੱਕ ਜਾਲ ਦੇ ਵਿੱਚ ਗਏ ਨੇ ਉਹ ਫਸੇ ਕੀ ਨੇ ਕਿ ਮੇਰੇ ਸੁਣਨ 'ਚ ਆਇਆ ਕਿ ਬਨੀ ਜਿਹੜਾ ਜ਼ਮਾਨ ਪਾਕ ਦਾ ਘਰ ਹੈਗਾ 8 ਕਨਾਲ ਦਾ, ਉਹ ਬੁਸ਼ਰਾ ਬੀਬੀ ਦੇ ਨਾਂ ਕਰਤਾ ਇਹਨਾਂ ਨੇ। ਸਰ ਉਹ ਤੇ ਉਹਦੇ ਵਿੱਚ ਲਿਖਿਆ ਨਾ, ਉਹ ਜਿਹੜੀ ਸ਼ਾਦੀ ਹੈ ਉਹਦੇ ਵਿੱਚ ਲਿਖਿਆ। ਅੱਛਾ, ਠੀਕ ਹੈ। ਹੱਕ ਮੈਰਿਜ ਲਿਖਿਆ, ਜ਼ਮਾਨ ਪਾਕ ਦੇਤਾ ਹੋਇਆ ਇਹਨਾਂ ਨੇ। ਲੇਕਿਨ ਖਾਨ ਸਾਹਿਬ ਦੀਆਂ ਜਿਹੜੀਆਂ ਹਮਸ਼ੀਰਗਾਨ ਨੇ, ਉਹਨਾਂ ਦਾ ਵੀ ਹਿੱਸਾ ਹੈ ਨਾ। ਕਿਆ ਉਹ ਦੇਣਗੀਆਂ? ਨਹੀਂ ਦੇਣਗੇ। ਇਹੀ ਲੜਾਈ ਕਿਹਦੀ ਚੱਲ ਰਹੀ ਹੈ ਇਸ ਵਕਤ? ਅਲੀਮਾ ਖਾਨ ਦੀ ਤੇ ਬੁਸ਼ਰਾ ਬੀਬੀ ਦੀ। ਇਹ ਦੋ ਹੀ ਗਰੁੱਪ 'ਚ ਲੜਦੇ ਨੇ ਨਾ ਇਸ ਵਕਤ। ਖਾਨ ਸਾਹਿਬ ਤੇ ਮਾਸੂਮ ਨੇ ਨਾ। ਜੀ, ਖਾਨ ਸਾਹਿਬ ਮਾਸੂਮ ਨੇ। ਹਾਂ, ਲੜਾਈ ਦੋ ਬੀਬੀਆਂ ਦੀ ਹੋ ਰਹੀ ਹੈ ਨਾ ਹੁਣ, ਕਿ ਕਬਜ਼ਾ ਕਿਹਦਾ ਹੋਣਾ ਚਾਹੀਦਾ। ਜੀ, ਐਸਾ ਹੀ ਹੈ। ਇਹ ਕਬਜ਼ੇ ਦੀ ਲੜਾਈ ਹੈ। ਇਹਦੇ 'ਚ ਮੇਰਾ ਨਹੀਂ ਅੰਦਾਜ਼ਾ ਇਹਦੇ 'ਚ ਕਿਸੇ ਨੂੰ ਵੀ ਕੁਛ ਮਿਲੇ। ਸਾਰਾ ਮਾਲਕ ਨਹੀਂ ਬਤਾਉਣਾ ਹੈ। ਇਹ ਦੇਖੋ, ਆਵਾਮ ਦਾ ਹੀ ਇਹ ਪੈਸਾ ਹੈ ਨਾ, ਜਿਹੜਾ ਚੰਦਾ ਕੀ ਲੋਕਾਂ ਦਾ ਪੈਸਾ ਨਹੀਂ। ਹਕੀਕਤ ਜੀ, ਆਵਾਮ ਸਾਡਾ ਪੈਸਾ, ਸਾਨੂੰ ਤਕਸੀਮ ਹੋਣਾ ਚਾਹੀਦਾ ਜੀ, ਆਵਾਮ ਨੂੰ ਹੋਣਾ ਚਾਹੀਦਾ। ਚਿੱਟਾ ਸਾਹਿਬ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਇੰਨੇ ਵਾਕਿਆ ਮਸਰੂਫ ਹੁੰਦੇ ਨੇ, ਕੋਈ ਬਾਹਰੋਂ ਆਏ ਹੋਏ ਤੇ ਥੋੜ੍ਹੇ ਦਿਨਾਂ ਘੰਟੇ ਕੀਮਤੀ ਹੁੰਦੇ ਨੇ, ਤੇ ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਟਾਈਮ ਦਿੱਤਾ। ਨਹੀਂ, ਬਹੁਤ ਸ਼ੁਕਰੀਆ ਆਦਿਲ ਸਾਹਿਬ। ਇੰਨਾ ਪਿਆਰ ਕਰਦੇ ਹੋ। ਤੇ ਹਕੀਕਤਨ ਮੈਂ ਇੱਕ ਗੱਲ ਦੀ ਇੰਡੋਰਸਮੈਂਟ ਦੇਵਾਂਗਾ ਕਿ
ਇਸ ਤਰ੍ਹਾਂ ਦੇ ਨਰਮ ਦਿਲ ਦਾ ਆدمی میں نہیں دیکھا. جی بہت شکریہ یار. میرا کوئی رابطہ نہیں ان کے ساتھ. سوشل میڈیا پہ رابطہ ہوتا ہے کہ ری ٹویٹ کر دیا, سوشل میڈیا پہ کامنٹس میں بات ہو گئی, لیکن اس بندے نے بھائی مجھے فون کیا, میرا نمبر بھی نہیں تھا, مجھے ڈھونڈا اور مجھے کہا یار تمہارے پہ ایف آئی آر ہوئی ہے. اور میں پھر چٹھا صاحب نے اپنا رنگ دکھایا اس کے اوپر, ایسی تھی تیسی, تو چھڑ دے. تو میں نے کہا یار کوئی اپنا بات کر رہا. اور اس دن پتہ چلا کہ اپنے ہوتے کون ہیں. وہ آپ کے ساتھ کئی دفعہ رابطے میں نہیں ہوتے لیکن ہوتے اپنے ہیں. جی جی بالکل. آپ ہمارا اثاثہ ہیں, پاکستان کا اثاثہ ہیں, آپ پاکستان کے لیے فائٹ کر رہے ہیں, اور جس لیول پہ آپ فائٹ کر رہے ہیں اور جو کرٹیسزم آپ کو فیس کرنا پڑ رہا ہے اس کے لیے لٹرلی ہم آپ کو نا سلوٹ کرتے ہیں. اور ویسے بھی آپ اندر سے فوجی طبیعت کے آدمی ہیں حقیقتاً. پاکستان کے لیے آپ کی میں سمجھنا کہ میرے تے تنقید ہو جائے, میری لتھی لائی کر لین, لیکن میرے وطن تے میری فوج تے آنچ نہیں آنی. نہیں جی وہ ریڈ لائن ہے. میں آج کے بعد یہ بات ہر پوڈ کاسٹ پہ اپنے کہوں گا کہ پاکستان ریڈ لائن ہے. اور میں پاکستان دی ساری عوام لگے گزارش کرنا چاہوں گا کہ اپنی فوج دے نال کھڑے ہو جو, اپنی دھرتی دے نال, اپنی ماں دے نال انچ مٹھی ہو جو, اور یہ فتنہ ختم کر دیو رل کے. دشمن ساڈے اندر موجود ہے اور اسی اے ملک نو اگے لے کے جانا ہے, اور اس فتنے نو ختم کر کے اسی اینو دوبارہ ترقی دی راہ تے انشاءاللہ لے کے جانا ہے. تو میں تے کہاں دا بہت شکریہ. تے پاکستان زندہ باد. میٹھا جی آپ کے لیے عرض کیا ہے, فراغوگی تو ہم کو لوٹ گئی, تو شاہخانے کی گھڑی تو بک ہی گئی, امریکہ سے جو اس کو ایڈا ملی. نہیں گل سن, فراغوگی نے جڑی باڈی نویں ترائی ہے وہ تن پتہ, پوری باڈی نویں ترائی, اور توڑ تھلے تھنی اور بلی طاقت توڑ اتا. ہاں یہ بھی ذکر کرنا. ملک ریاض کو اس نے فون لگایا, این آر او کا بھی ترلا بھجوایا, ڈر لگتا تھا گورنمنٹ کھونے سے جی, امی بچہ ہے. یہ بچہ امی بچہ, ہاں امی نے پتا نہیں کنے بچے جڑے نے انہوں نے بچہ کیتا ہے. کنے بچیاں دی زندگی خراب کیتی ہے اس امی نے. اچھا تے تسی کہہ رہے ہو بچہ. سب کو پتا تھا لانگ مارچ اس کا 10-20 ہزار کا ہوگا. عمران ڈو ہمیشہ سمجھتے تھے پیچھے امریکہ کا ہاتھ ہوگا, امی بھاگ گیا. اچھا اے جننے بھی عمرانڈو سی جی جی, اے جدوں او سی امریکی سازش نامنظور, انہاں نے اپنیاں چکیاں دے اتتے لہایا سی امریکی سازش نامنظور, پتہ تینوں. اور انہاں دیاں بھیناں نے اپنے مالٹیاں تے لہایا سی امریکی سازش نامنظور. اگے چلو. ڈر لگتا تھا گورنمنٹ کھونے سے, نہیں یہ تھا, ڈر لگتا ہے اس کو حافظ سے جی. اب آپ بول دیں امی بچہ نہیں, پھر کیا, انہیں بڑے بچے خراب کیتے. ہاں کافی کچا ہے جی. میٹھا جی